ਹਰੀ। ਕਿਰਪਾ ਕਰੋ ਦੀਨ ਕੇ ਦਾਤੇ, ਮੇਰਾ ਗੁਣ ਅਵਗੁਣ ਨਾ ਵਿਚਾਰੋ ਕੋਈ। ਮਾਟੀ ਕਾ ਕਿਆ ਧੋਪੈ ਸੁਆਮੀ, ਮਾਨਸ ਕੀ ਗਤ ਏਹੀ। ਸਾਮਤ ਦੇਹੁ ਦਇਆਲ ਪ੍ਰਭ, ਜਿਤ ਤੁਮਹਿ ਅਰਾਧਾ। ਨਾਨਕ ਮੰਗੈ ਦਾਨ ਪ੍ਰਭ, ਰੀਨ ਪਗ ਸਾਧਾ। ਬੇਸੁਮਾਰ ਅਥਾਹ, ਅਗਣਤ ਅਤੁਲੈ। ਜਿਉ ਬੁਲਾਵੋ ਤਿਉ ਨਾਨਕ ਦਾਸ ਬੁਲੈ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਭੁਜੰਗ ਪ੍ਰਿਆਤ ਛੰਦ। ਨਮੋ ਸਰਬ ਮਾਨੇ ਸਮਸਤੀ ਨਿਧਾਨੇ, ਨਮੋ ਦੇਵ ਦੇਵੇ ਅਪੇਖੀ ਅਭੇਵੇ। ਨਮੋ ਸਰਬ ਮਾਨੇ ਸਮਸਤੀ ਨਿਧਾਨੇ। ਪਰਮ ਸਨਮਾਨਯੋਗ ਗੁਰੂ ਰੂਪ ਖਾਲਸਾ ਸਾਧ ਸੰਗਤ ਜੀਓ, ਰਸਨਾ ਕਰੋ ਪਵਿੱਤਰ, ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਸਰਬੱਤ ਸੰਗਤ ਬੜੇ ਪ੍ਰੇਮ ਦੇ ਨਾਲ ਧੰਨ ਬਾਬਾ ਜਵਾਹਰ ਦਾਸ ਜੀ ਮਹਾਰਾਜ ਦੇ ਪਵਿੱਤਰ ਸਥਾਨਾਂ ਉੱਪਰ ਬੜੇ ਪ੍ਰੇਮ ਦੇ ਨਾਲ ਸਾਹਿਬ ਕਮਾਲ ਪੰਥ ਦੇ ਵਾਲੀ ਅੰਮ੍ਰਿਤ ਕੇ ਦਾਤੇ ਧੰਨ ਗੁਰੂ ਗੋਬਿੰਦ ਸਿੰਘ ਜੀ ਦੀ ਸ਼੍ਰੀ ਮੁਖਵਾਕ ਰਚਨਾ ਗੁਰਬਾਣੀ ਸ੍ਰੀ ਜਾਪ ਸਾਹਿਬ ਜੀ ਦੀ ਕਥਾ ਸ਼ਰਵਣ ਕਰਦੇ ਆ ਰਹੇ ਹੋ। ਸਤਿਗੁਰੂ ਜੀ ਦੀ ਕਿਰਪਾ ਸਦਕਾ 43 ਪੌੜੀਆਂ ਤੱਕ ਕਥਾ ਹੋ ਚੁੱਕੀ ਹੈ ਔਰ ਪਿਛਲੀ ਕਥਾ ਦੇ ਵਿੱਚ ਇਸ ਏਕ ਬੰਦ ਦੀ ਹੀ ਕਥਾ ਹੋ ਪਾਈ ਸੀ, ਨਮੋ ਸਰਬ ਮਾਨੇ। ਤਾਂ ਆਪ ਸੰਗਤਾਂ ਦੀ ਕਿਰਪਾ ਸਦਕਾ ਭੁਜੰਗ ਪ੍ਰਿਆਤ ਛੰਦ ਤੋਂ ਕਥਾ ਆਰੰਭ ਹੋਣ ਜਾ ਰਹੀ ਹੈ। ਆਪ ਜੀ ਬੜੇ ਪ੍ਰੇਮ ਦੇ ਨਾਲ ਸ਼ਰਵਣ ਕਰਨ ਦਾ ਯਤਨ ਕਰੋ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਵਾਹਿਗੁਰੂ ਅਕਾਲ ਪੁਰਖ ਜੀ ਦੀ ਉਸਤਤ ਕਰਦੇ ਹੋਏ ਉਹਨਾਂ ਨੂੰ ਨਮਸਕਾਰਾਂ ਕਰਦੇ ਨੇ, ਨਾਲ ਨਾਲ ਉਹਨਾਂ ਦੇ ਗੁਣਾਂ ਨੂੰ ਉਚਾਰਨ ਕਰਦੇ ਹਨ। ਆਓ ਬੜੇ ਪ੍ਰੇਮ ਦੇ ਨਾਲ ਸੁਣਨ ਦਾ ਯਤਨ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਭੁਜੰਗ ਪ੍ਰਿਆਤ ਛੰਦ। ਨਮੋ ਸਰਬ ਮਾਨੇ ਸਮਸਤੀ ਨਿਧਾਨੇ। ਸਤਿਗੁਰੂ ਜੀ ਵਾਹਿਗੁਰੂ ਪਰਮੇਸ਼ਰ ਜੀ ਦੇ ਗੁਣ ਗਾਇਨ ਕਰਦੇ ਨੇ ਕਿ ਹੇ ਵਾਹਿਗੁਰੂ ਜੀ, ਆਪ ਜੀ ਨੂੰ ਹੇ ਅਕਾਲ ਪੁਰਖ ਜੀ ਸਾਰੇ ਹੀ ਸਰਬ ਮਾਨੇ, ਸਾਰੇ ਮੰਨਦੇ ਨੇ। ਵੱਡੇ ਵੱਡੇ ਦੇਵੀ ਦੇਵਤੇ ਵੀ ਆਪ ਜੀ ਅੱਗੇ ਝੁਕਦੇ ਨੇ, ਵੱਡੀਆਂ ਵੱਡੀਆਂ ਸ਼ਕਤੀਆਂ ਵਾਲੇ ਵੀ ਆਪ ਜੀ ਪਾਸੋਂ ਹੀ ਸਭ ਕੁਝ ਪ੍ਰਾਪਤ ਕਰਦੇ ਨੇ। ਜਿੰਨਾ ਕਿਸੇ ਨੇ ਨਾਮ ਜਪਿਆ, ਕਮਾਈ ਕੀਤੀ, ਉਨੀ ਉਹਨੂੰ ਬਖਸ਼ਿਸ਼ ਜਿਹੜੀ ਹੈ ਉਹਦੀ ਕਮਾਈ ਅਨੁਸਾਰ ਵਾਹਿਗੁਰੂ ਜੀ ਦੇ ਦਰੋਂ ਘਰੋਂ ਪ੍ਰਾਪਤ ਹੁੰਦੀ ਹੈ। ਇਸ ਕਰਕੇ ਹੇ ਸੱਚੇ ਪਾਤਸ਼ਾਹ ਜੀ, ਆਪ ਜੀ ਦੇ ਤਾਈਂ ਮੇਰੀ ਨਮਸਕਾਰ ਹੈ, ਕਿਉਂਕਿ ਆਪ ਜੀ ਨੂੰ ਸਾਰੇ ਹੀ ਮੰਨਦੇ ਨੇ। ਜਾਂ ਮਾਨੇ ਸ਼ਬਦ ਦਾ ਅਰਥ ਮਾਣ ਵੀ ਹੁੰਦਾ ਹੈ, ਸਤਿਕਾਰ ਵੀ ਹੁੰਦਾ ਹੈ। ਆਪਾਂ ਕਿਸੇ ਦਾ ਮਾਣ ਕਰਦੇ ਹਾਂ, ਸਤਿਕਾਰ ਕਰਦੇ ਹਾਂ, ਆਦਰ ਕਰਦੇ ਹਾਂ।
ਤੇ ਮਾਣ ਸਤਿਕਾਰ ਜਿਹੜਾ ਹੈ, ਜਿਹਨੂੰ ਆਪਾਂ ਵਡਿਆਈ ਵੀ ਕਹਿ ਸਕਦੇ ਹਾਂ, ਇਹ ਮਨੁੱਖ ਨੂੰ ਵਾਹਿਗੁਰੂ ਜੀ ਉਹਦੇ ਕਰਮਾਂ ਅਨੁਸਾਰ ਦਿੰਦੇ ਨੇ। ਜਿੰਨੀ ਉਹਦੇ ਕਰਮਾਂ ਦੇ ਵਿੱਚ ਲਿਖੀ ਹੈ, ਓਨੀ ਉਹਨੂੰ ਵਡਿਆਈ ਜਿਹੜੀ ਹੈ ਉਹ ਪ੍ਰਾਪਤ ਹੋਣੀ ਹੈ। ਹੇ ਸੱਚੇ ਪਾਤਸ਼ਾਹ ਜੀ, ਆਪ ਜੀ ਦੇ ਤਾਈਂ ਆਪ ਜੀ ਨੂੰ ਨਮਸਕਾਰ ਹੈ, ਕਿਉਂਕਿ ਆਪ ਸਾਰਿਆਂ ਨੂੰ ਮਾਣ ਦੇਣ ਵਾਲੇ ਹੋ, ਵਡਿਆਈ ਦੇਣ ਵਾਲੇ ਹੋ। ਹੁਣ ਗੁਰਬਾਣੀ ਦੇ ਵਿੱਚ ਸਤਿਗੁਰੂ ਜੀ ਇੱਕ ਜਗ੍ਹਾ ਕਿੰਨਾ ਪ੍ਰੇਮ ਨਾਲ ਲਿਖਦੇ ਆ। ਹੁਣ ਆਪਣੇ ਮਨ ਦੇ ਵਿੱਚ ਸਵਾਲ ਪੈਦਾ ਹੋ ਸਕਦਾ ਵੀ ਸੰਤਾਂ ਸਾਧੂਆਂ ਦੀ ਇੰਨੀ ਵਡਿਆਈ ਕਿਉਂ, ਜਸ ਕਿਉਂ, ਬ੍ਰਹਮ ਗਿਆਨੀ ਸ਼ਬਦ, ਸੰਤ ਸ਼ਬਦ, ਜਾਂ ਧੰਨ 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 ਜਾਣੇ ਆਇਆ ਜਿਸ ਪ੍ਰਸਾਦ ਸਭ ਜਗਤ ਰਾਇਆ। ਤਾਂ ਇਹ ਵਡਿਆਈ ਉਹਨਾਂ ਨੂੰ ਕਿਉਂ ਪ੍ਰਾਪਤ ਹੁੰਦੀ ਹੈ? ਤਾਂ ਸਤਿਗੁਰੂ ਜੀ ਬਾਣੀ ਦੇ ਵਿੱਚ ਜਵਾਬ ਵੀ ਦਿੰਦੇ ਨੇ ਕਿ ਹਰ ਆਪਣੀ ਵਡਿਆਈ ਭਾਵਦੀ ਜਨ ਕਾ ਜੈਕਾਰ ਕਰਾ। ਆਪਣੇ ਪਿਆਰਿਆਂ ਦਾ ਵੀ ਮਾਣ ਸਤਿਕਾਰ ਸੰਸਾਰ ਦੇ ਵਿੱਚ ਕਰਾਉਂਦਾ ਹੈ। ਸੱਚੇ ਮਾਰਗ ਚੱਲਦਿਆਂ ਉਸਤਤ ਕਰੇ ਜਹਾਨ। ਤਾਂ ਕਰਤੇ ਹੱਥ ਵਡਿਆਈਆਂ ਪੂਰਬ ਲਿਖਿਆ ਪਾਏ। ਜਿਹੜਾ ਮਾਣ ਪ੍ਰਾਪਤ ਹੋਣਾ ਹੈ, ਸਤਿਕਾਰ ਪ੍ਰਾਪਤ ਹੋਣਾ ਹੈ, ਇਹ ਸਾਡੇ ਕਰਮਾਂ ਅਨੁਸਾਰ ਹੈ। ਕਈ ਸੱਜਣਾਂ ਨੂੰ ਬਹੁਤ ਜ਼ਿਆਦਾ ਵਡਿਆਈ ਪ੍ਰਾਪਤ ਹੁੰਦੀ ਹੈ ਤੇ ਕਈ ਉਸ ਮਾਣ ਸਤਿਕਾਰ ਵਡਿਆਈ ਵਾਸਤੇ ਬੜਾ ਯਤਨ ਕਰਦੇ ਨੇ, ਪਰ ਉਹਨਾਂ ਦੇ ਯਤਨ ਫਲੀਭੂਤ ਨਹੀਂ ਹੁੰਦੇ, ਉਹਨਾਂ ਦੇ ਯਤਨ ਕਾਮਯਾਬ ਨਹੀਂ ਹੁੰਦੇ। ਯਤਨ ਬੜਾ ਹੈ। ਤਾਂ ਇਹ ਸਮਝ ਦੇ ਵਿੱਚ ਆਉਂਦਾ ਹੈ ਕਿ ਵਡਿਆਈ ਵੀ ਕਰਮਾਂ ਤੇ ਖਲੋਤੀ ਹੈ। ਨਾਮ ਜਪਿਆਂ ਤੇ ਅਬਨਾਸੀ ਵਡਿਆਈ ਪ੍ਰਾਪਤ ਹੁੰਦੀ ਹੈ, ਜਿਹੜੀ ਕਦੀ ਵੀ ਖਤਮ ਨਹੀਂ ਹੋਣੀ। ਤੇ ਜਿਹੜੀ ਦੂਸਰੀ ਵੀ ਕੋਈ ਵਡਿਆਈ ਜ਼ਿੰਦਗੀ 'ਚ ਪ੍ਰਾਪਤ ਹੁੰਦੀ ਹੈ, ਉਹ ਕਰਮਾਂ ਤੇ ਖੜੀ ਹੈ। ਤੇ ਕਰਮਾਂ ਦਾ ਫਲ ਦਿੰਦਾ ਕੌਣ ਹੈ? ਵਾਹਿਗੁਰੂ ਈਸ਼ਵਰ ਪਰਮੇਸ਼ਰ। ਇਸ ਕਰਕੇ ਸੱਚੇ ਪਾਤਸ਼ਾਹ ਕਹਿੰਦੇ ਆਪ ਜੀ ਕਰਮਾਂ ਅਨੁਸਾਰ ਸਭ ਨੂੰ ਮਾਣ ਦੇਣ ਵਾਲੇ ਹੋ, ਸਤਿਕਾਰ ਦੇਣ ਵਾਲੇ ਹੋ। ਆਪ ਜੀ ਦੇ ਤਾਈਂ ਨਮਸਕਾਰ ਹੈ। ਹੁਣ ਕੰਮ ਤੇ ਰੱਬ ਕਰਦਾ ਹੈ, ਪਰ ਨਾਮ ਉੱਚਾ ਆਪਣੇ ਸੰਤਾਂ ਦਾ ਕਰਦਾ ਹੈ, ਪਿਆਰਿਆਂ ਦਾ ਕਰਦਾ ਹੈ। ਤਾਂ ਆਪਣੇ ਸੰਤਾਂ ਸਾਧੂਆਂ ਨੂੰ ਵਡਿਆਈ ਦੇਣ ਵਾਸਤੇ ਕਾਰਜ ਆਪ ਕਰਦਾ ਹੈ, ਪਰ ਨਾਮ ਉਹਨਾਂ ਦਾ ਪ੍ਰਸਿੱਧ ਕਰਦਾ ਹੈ। ਤਾਂ ਇਸ ਪ੍ਰਕਾਰ ਮਹਾਂਪੁਰਸ਼ ਅਰਥ ਕਰ ਲੈਂਦੇ ਨੇ ਕਿ ਜਿਹਨੂੰ ਸਾਰੇ ਹੀ ਮੰਨਦੇ ਨੇ ਤੇ ਮੰਨਣਾ ਵੀ ਪੈਂਦਾ ਹੈ। ਹਰ ਜੇਠ ਜੁੜਨ ਦਾ ਲੋੜੀਆ, ਜਿਸ ਅੱਗੇ ਸਭ ਨਿਵੰਨ। ਐਸੇ ਵਾਹਿਗੁਰੂ ਤਾਂ ਹੀ ਨਮਸਕਾਰ ਹੈ, ਜਿਹੜਾ ਸਭ ਨੂੰ ਮਾਣ ਸਤਿਕਾਰ ਦੇਣ ਵਾਲਾ ਹੈ। ਐਸੇ ਵਾਹਿਗੁਰੂ ਜੀ ਨੂੰ 10ਵੇਂ ਪਾਤਸ਼ਾਹ ਕਹਿੰਦੇ ਨੇ ਕਿ ਨਮਸਕਾਰ ਹੈ। ਦੇਖੋ ਕਿੱਡੀ ਵੱਡੀ ਨਿਮਰਤਾ 10ਵੇਂ ਪਾਤਸ਼ਾਹ। ਸਾਰਾ ਕੁਝ ਕਰਕੇ ਖਾਲਸੇ ਨੂੰ ਵਾਹਿਗੁਰੂ ਦੀ ਝੋਲੀ ਦੇ ਵਿੱਚ ਪਾਇਆ। ਜੇ ਫਤਿਹ ਹੁੰਦੀ ਆ ਤਾਂ ਵੀ ਵਾਹਿਗੁਰੂ ਦੀ ਆ, ਜੇ ਖਾਲਸਾ ਵਾ ਤਾਂ ਵੀ ਵਾਹਿਗੁਰੂ ਦਾ ਹੈ। ਸਿੱਖ ਦੀ ਹਰ ਚੀਜ਼ ਹੀ ਪ੍ਰਮਾਤਮਾ ਦੇ ਨਾਲ ਸੰਬੰਧਿਤ ਕੀਤੀ। ਹੁਣ ਆਪਾਂ ਅਰਦਾਸ ਕਰਨ ਲੱਗਿਆਂ ਇਹੋ ਜਿਹੇ ਨਿਮਰਤਾ ਤੇ ਬੇਨਤੀਆਂ ਵਾਲੇ ਬਚਨ ਕਈ ਵਾਰੀ ਕਰਦੇ ਆ। ਆਪਣੀ ਨਿਮਰਤਾ ਅਕੀਦਾ ਬੇਨਤੀਆਂ ਵਾਹਿਗੁਰੂ ਜੀ ਅੱਗੇ ਰੱਖਦੇ ਹਾਂ ਕਿ ਕੋਈ ਨਾਉ ਨਾ ਜਾਣੈ ਮੇਰਾ। ਵੀ ਹੇ ਸੱਚੇ ਪਾਤਸ਼ਾਹ, ਮੇਰਾ ਨਾਂ ਕਿਹਨੇ ਜਾਣਨਾ ਹੈ? ਸਾਰੀ ਵਡਿਆਈ ਤੇ ਤੇਰੀ ਹੈ। ਤਾਂ ਇਸ ਨਿਮਰਤਾ ਦਾ ਪਹਿਲਾ ਬੰਦ ਕਿ ਜੋ ਵੀ ਮਾਣ ਹੈ, ਸਤਿਕਾਰ ਹੈ, ਵਾਹਿਗੁਰੂ ਜੀ ਤੇਰਾ ਹੈ। ਤੇ ਨਮਸਕਾਰਾਂ ਸਾਨੂੰ ਹੁੰਦੀਆਂ ਨੇ, ਸੰਸਾਰ ਨੂੰ ਹੁੰਦੀਆਂ ਨੇ। ਕੰਮ ਰੱਬ ਕਰਦਾ ਹੈ, ਨਾਮ ਸੰਤਾਂ ਦਾ ਪ੍ਰਸਿੱਧ ਹੁੰਦਾ ਹੈ, ਬੰਦਗੀ ਕਰਨ ਵਾਲਿਆਂ ਦਾ ਹੁੰਦਾ ਹੈ। ਤਾਂ ਜਿਹੜਾ ਸਭ ਨੂੰ ਮਾਣ ਸਤਿਕਾਰ ਦਿਵਾਉਣ ਵਾਲਾ ਵਾਹਿਗੁਰੂ ਪਰਮੇਸ਼ਰ ਹੈ, ਉਹਦੇ ਤਾਈਂ ਮਹਾਰਾਜ ਕਹਿੰਦੇ ਨਮਸਕਾਰ ਕਰਦੇ ਆ। ਅੱਗੇ ਨਾਲ ਹੀ ਕੀ ਕਹਿੰਦੇ ਨੇ? ਸਮਸਤੀ ਨਿਧਾਨੇ। ਸਮਸਤੀ ਮੈਨੇ ਸਾਰੇ, ਨਿਧਾਨੇ ਨਿੱਧ ਜਮਾ ਆਨੇ। ਨਿੱਧ ਮੈਨੇ ਖਜ਼ਾਨੇ ਨਿਧੀਆਂ, ਆਨੇ ਮੈਨੇ ਘਰ। ਜਿਹੜਾ ਸਾਰੇ ਹੀ ਖਜ਼ਾਨਿਆਂ ਦਾ ਮਾਲਕ ਹੈ। ਦੇਂਦਾ ਦੇ, ਲੈਂਦੇ ਥੱਕ ਪਾਹੇ। ਤੇ ਫਿਰ ਮੁੱਕ ਨਹੀਂ ਚੱਲਿਆ, ਜੁਗਾ ਜੁਗੰਤਰ ਖਾਹੀ ਖਾਏ।
ਜਿੰਨਾ ਚਿਰ ਸੰਸਾਰ ਆਵੇਗਾ ਉਨਾ ਚਿਰ ਖਾਂਦੇ ਹੀ ਰਹਿਣਗੇ, ਖਤਮ ਨਹੀਂ ਹੋਵੇਗਾ ਵਾਹਿਗੁਰੂ ਦੀਆਂ ਦਾਤਾਂ। ਤਾਂ ਜਿਹੜਾ ਵਾਹਿਗੁਰੂ ਧਰਮ, ਅਰਥ, ਕਾਮ, ਮੋਕਸ਼ ਦੇਣ ਵਾਲਾ ਹੈ, ਐਸਾ ਵਾਹਿਗੁਰੂ ਪਰਮੇਸ਼ਰ ਸਾਰਿਆਂ ਖਜ਼ਾਨਿਆਂ ਦਾ ਮਾਲਕ ਹੈ। ਉਸ ਵਾਹਿਗੁਰੂ ਪਰਮੇਸ਼ਰ ਜੀ ਨੂੰ ਸੱਚੇ ਪਾਤਸ਼ਾਹ ਕਹਿੰਦੇ ਹਨ ਕਿ ਮੇਰੀ ਨਮਸਕਾਰ ਹੈ, ਜਿਹਦੇ ਪਾਸੋਂ ਸਭ ਕੁਝ ਪ੍ਰਾਪਤ ਹੁੰਦਾ ਹੈ। ਕਿਉਂ ਗੁਰਬਾਣੀ ਕਹਿੰਦੀ ਹੈ, ਦੱਦਾ ਦਾਤਾ ਏਕ ਹੈ, ਸਭ ਕੋ ਦੇਵਨਹਾਰ, ਦੇਂਦੇ ਤੋਟ ਨਾ ਆਵਈ, ਅਗਣਤ ਭਰੇ ਭੰਡਾਰ। ਸਤਿਗੁਰੂ ਜੀ ਕੀ ਕਹਿੰਦੇ ਨੇ ਬਾਣੀ ਦੇ ਵਿੱਚ, ਚਾਰ ਪਦਾਰਥ ਜੇ ਕੋ ਮੰਗੈ, ਸਾਧ ਜਨਾ ਕੀ ਸੇਵਾ ਲੱਗ। ਉਹ ਚਾਰ ਪਦਾਰਥ ਕਿਹੜੇ ਨੇ? ਧਰਮ ਇੱਕ ਨੰਬਰ ਤੇ ਰੱਖਿਆ, ਵੀ ਧਰਮ ਨੂੰ ਨਾਲ ਲੈ ਕੇ ਚੱਲਿਓ। ਦੂਜਾ ਪਦਾਰਥ ਕੀ ਆ? ਅਰਥ। ਤੀਜਾ ਪਦਾਰਥ ਕੀ ਆ? ਕਾਮ। ਚੌਥਾ ਪਦਾਰਥ ਕੀ ਆ? ਮੋਕਸ਼। ਪਹਿਲ ਧਰਮ ਨੂੰ ਦਿੱਤੀ ਹੈ ਵੀ ਧਰਮ ਤੇ ਚੱਲ ਕੇ ਅਰਥ ਪੈਸਾ ਕਮਾਓ, ਤੇ ਜੇ ਕਾਮ ਦਾ ਸੁਖੈਨ ਜਿਹਾ ਅਰਥ ਕਰੀਏ, ਧਰਮ ਤੇ ਚੱਲ ਕੇ ਹੀ ਕਾਮ ਇੱਛਾ ਪੂਰੀ ਕਰੋ। ਜੋ ਵੀ ਇੱਛਾ ਮਨ ਦੇ ਵਿੱਚ ਆਉਂਦੀ ਹੈ ਉਹਨੂੰ ਧਰਮ ਤੇ ਚੱਲ ਕੇ ਹੀ ਪੂਰੀ ਕਰਨੀ ਚਾਹੀਦੀ ਹੈ, ਯਤਨ ਕਰਨਾ ਚਾਹੀਦਾ ਹੈ। ਬਾਕੀ ਤੇ ਪਾਪੀ ਮਨ ਹੈ ਨੇ ਨਹੀਂ ਸੁਧਰਨਾ, ਪਰ ਯਤਨ ਕਰਨਾ ਚਾਹੀਦਾ ਹੈ। ਤੇ ਜੇ ਧਰਮ ਨੂੰ ਨਾ ਛੱਡੋਗੇ ਤਾਂ ਫਿਰ ਧਰਮ ਚੌਥਾ ਪਦਾਰਥ ਦਿੰਦਾ ਕਿ ਮੋਕਸ਼, ਮੁਕਤੀ। ਸੂਰਜ ਕਿਰਨ ਮਿਲੇ, ਜਲ ਕਾ ਜਲ ਹੂਆ ਰਾਮ, ਜਾਂ ਜੰਮਣ ਮਰਨ ਤੋਂ ਰਹਿਤ ਕਰ ਦਿੰਦਾ ਹੈ। ਤੇ ਜੇ ਕੋਈ ਕਮਾਈ ਇੰਨੀ ਨਾ ਵੀ ਹੋ ਸਕੇ, ਬੰਦਗੀ ਇੰਨੀ ਨਾ ਵੀ ਹੋ ਸਕੇ ਵੀ ਮੁਕਤ ਨਾ ਹੋਵੇ, ਤਾਂ ਵੀ ਮਾੜੇ ਪਾਸੇ ਨਹੀਂ ਜਾਂਦਾ। ਗੁਰਸਿੱਖਾਂ ਦੇ, ਧਰਮੀ ਪੁਰਸ਼ਾਂ ਦੇ ਪਰਿਵਾਰ ਦੇ ਵਿੱਚ ਆਉਂਦਾ ਹੈ, ਫਿਰ ਬੰਦਗੀ ਕਰਦਾ ਹੈ, ਫਿਰ ਕਮਾਈ ਕਰਦਾ ਹੈ। ਤਾਂ ਇਸ ਕਰਕੇ ਸਾਰੇ ਪਦਾਰਥਾਂ ਦਾ ਦਾਤਾ ਕੌਣ ਹੈ? ਦੱਦਾ ਦਾਤਾ ਏਕ ਹੈ, ਸਮਸਤੀ ਨਿਧਾਨੇ, ਸਾਰੀਆਂ ਨਿਧੀਆਂ ਖਜ਼ਾਨਿਆਂ ਦਾ ਮਾਲਕ ਉਹ ਹੀ ਹੈ। ਧਰਮ ਦਾ ਵੀ, ਅਰਥ ਦਾ ਵੀ, ਕਾਮ ਦਾ ਵੀ, ਮੋਕਸ਼ ਦਾ ਵੀ। ਪਰ ਅੱਜ ਕੱਲ੍ਹ ਕੀ ਹੋ ਗਿਆ ਹੈ ਵੀ ਲੋਕ ਧਰਮ ਛੱਡ ਕੇ ਸਿੱਧਾ ਅਰਥ ਮੈਨੇ ਪੈਸਾ ਕਮਾਉਂਦੇ, ਧਰਮ ਛੱਡ ਕੇ ਕਾਮ ਆਪਦੀ ਇੱਛਾ ਪੂਰੀ ਕਰਦੇ। ਇਸ ਕਰਕੇ ਮੋਕਸ਼, ਮੁਕਤੀ ਦੀ ਪ੍ਰਾਪਤੀ ਹੁੰਦੀ ਨਹੀਂ। ਤਾਂ ਵਾਹਿਗੁਰੂ ਜੀ ਦੇਣ ਵਾਲੇ ਨੇ, ਜਾਂ ਵਾਹਿਗੁਰੂ ਦੇ ਪਿਆਰੇ ਗੁਰਸਿੱਖ ਮਹਾਤਮਾ ਇਹਨਾਂ ਦੀ ਅਰਦਾਸ ਵੀ ਮੰਨਦਾ ਹੈ, ਸੁਣਦਾ ਹੈ। ਤਾਂ ਮਹਾਰਾਜ ਕਹਿੰਦੇ, ਚਾਰ ਪਦਾਰਥਾਂ ਦੀ ਦਾਤ, ਸਮਸਤ ਖਜ਼ਾਨੇ, ਸਭ ਨਿਧਾਨ, 10 ਅਸ਼ਟ ਸਿਧਾਨ, ਠਾਕੁਰ ਕਰ ਤਲ ਧਰਿਆ। ਜਿਹੜੇ ਬੰਦਗੀ ਕਰਨ ਵਾਲੇ ਨੇ ਉਹਨਾਂ ਵਾਸਤੇ ਇਹ ਸਾਰਾ ਕੁਝ ਕੱਢ ਕੇ ਆਪਣੇ ਹੱਥ ਦੀ ਤਲੀ ਤੇ ਰੱਖਿਆ। ਕਿਉਂ? ਜੇਬ ਦੇ ਵਿੱਚ ਹੱਥ ਪਾਉਂਦਿਆਂ ਟਾਈਮ ਲੱਗਦਾ। ਬੰਦਗੀ ਕਰੀ ਜਾਓ, ਸੇਵਾ ਕਰੀ ਜਾਓ ਤੇ ਚੁੱਕੀ ਚਲੋ, ਲਈ ਚਲੋ ਜੋ ਵੀ ਚਾਹੀਦਾ ਹੈ। ਬੰਦਗੀ ਤੇ ਸੇਵਾ ਨੂੰ ਭਾਗ। ਤਾਂ ਮਹਾਰਾਜ ਸਾਰੇ ਹੀ ਨਿਧਾਨੇ ਖਜ਼ਾਨਿਆਂ ਦਾ ਘਰ ਹੈ। ਜੋ ਵੀ ਇੱਛਾ ਹੋਵੇ ਉਹ ਸਤਿਗੁਰੂ ਜੀ ਦੇ ਦਰ ਤੋਂ ਵਾਹਿਗੁਰੂ ਜੀ ਪੂਰੀ ਕਰਦੇ ਨੇ। ਐਸੇ ਵਾਹਿਗੁਰੂ ਤਾਈ ਮਹਾਰਾਜ ਦਸਵੇਂ ਪਾਤਸ਼ਾਹ ਕਹਿੰਦੇ, ਨਮਸਕਾਰ ਹੈ। ਨਮੋ ਦੇਵ ਦੇਵੇ, ਨਮੋ ਦੇਵ ਦੇਵੇ, ਅਪੇਖੀ ਅਪੇਵੇ। ਨਮਸਕਾਰ ਹੈ ਵਾਹਿਗੁਰੂ ਜੀ ਤਾਈ, ਪਰਮੇਸ਼ਰ ਦੇ ਤਾਈ, ਜਿਹੜਾ ਦੇਵ, ਦੇਵਾਂ ਦਾ ਵੀ ਦੇਵ, ਦੇਵਤਿਆਂ ਦਾ ਵੀ ਦੇਵਤਾ ਹੈ। ਵੈਸੇ ਦੇਵ ਸ਼ਬਦ ਦੇ 3 ਮੁੱਖ ਅਰਥ ਕੀਤੇ ਨੇ। ਦੇਵ ਮੈਨੇ ਜਿਹਦੀ ਪੂਜਾ ਕੀਤੀ ਜਾਵੇ, ਸਤਿਕਾਰ ਕੀਤਾ ਜਾਵੇ, ਜਿਵੇਂ ਗੁਰਦੇਵ ਮਾਤਾ, ਗੁਰਦੇਵ ਪਿਤਾ, ਗੁਰਦੇਵ ਬੰਧਪ ਸਹੋਦਰਾ। ਗੁਰੂ ਸਾਹਿਬ ਦਾ ਅਸੀਂ ਪੂਜਨ ਕਰਦੇ ਹਾਂ, ਮਾਤਾ ਪਿਤਾ ਦਾ ਸਤਿਕਾਰ ਕਰਦੇ ਹਾਂ। ਦੇਵ ਮੈਨੇ ਜਿਹਦੀ ਪੂਜਾ ਕੀਤੀ ਜਾਵੇ, ਤਾਂ ਨਮੋ ਦੇਵ ਦੇਵੇ, ਨਮਸਕਾਰ ਹੈ ਉਸ ਵਾਹਿਗੁਰੂ ਨੂੰ ਜਿਹੜਾ ਦੇਵ ਪੂਜਣ ਯੋਗ। ਉਹ ਕੌਣ ਨੇ? ਦੇਵੀ ਦੇਵਤੇ, ਜਿਨ੍ਹਾਂ ਦੀ ਸੰਸਾਰ ਪੂਜਾ ਕਰਦਾ ਹੈ। ਉਹ ਦੇਵੀ ਦੇਵਤੇ ਅੱਗੇ ਫੇਰ ਦੇਵੇ ਕਿਹਦੀ ਪੂਜਾ ਕਰਦੇ ਨੇ? ਉਹ ਪਰਮੇਸ਼ਰ ਦੀ ਪੂਜਾ ਕਰਦੇ ਨੇ।
ਤਾਂ ਜਿਹੜਾ ਪੂਜਣ ਯੋਗਾਂ ਦਾ ਵੀ ਪੂਜਣ ਯੋਗ ਹੈ। ਦੇਵ ਦਾ ਮਹਾਂਪੁਰਸ਼ ਦੂਸਰਾ ਅਰਥ ਕਰਦੇ ਨੇ ਪ੍ਰਕਾਸ਼, ਜਿਹੜਾ ਪ੍ਰਕਾਸ਼ ਸਰੂਪ ਹੈ। ਦੇਵ ਦਾ ਤੀਸਰਾ ਅਰਥ ਜਿਹੜਾ ਮੁੱਖ ਜ਼ਿਆਦਾ ਕੀਤਾ ਜਾਂਦਾ ਹੈ, ਦੇਵ ਹੈ ਨੇ ਦੇਣ ਵਾਲਾ। ਜਿਹਦੇ ਪਾਸੋਂ ਕੋਈ ਵਸਤੂ ਪ੍ਰਾਪਤ ਹੋਵੇ ਉਹਨੂੰ ਫਿਰ ਆਪਾਂ ਦੇਵਤਾ ਕਹਿ ਦਿੰਦੇ ਨਾ, ਦੇਣ ਵਾਲਾ। ਤਾਂ ਦੇਵਤੇ ਜਿਹੜੀਆਂ ਦਾਤਾਂ ਸੰਸਾਰ ਨੂੰ ਵੰਡਦੇ ਪਏ ਨੇ, ਉਹਨਾਂ ਨੂੰ ਕੌਣ ਦੇਣ ਵਾਲਾ ਹੈ? ਉਹਨਾਂ ਨੂੰ ਵੀ ਅੱਗੇ ਦੇਣ ਵਾਲਾ ਕੌਣ ਹੈ? ਪਰਮੇਸ਼ਰ। ਉਹ ਪਰਮੇਸ਼ਰ ਦੀ ਬੰਦਗੀ ਕਰਦੇ ਨੇ। ਤਾਂ ਜਿਹੜੇ ਸੰਸਾਰ ਨੂੰ ਦਾਤਾਂ ਦੇ ਰਹੇ ਨੇ, ਉਹਨਾਂ ਨੂੰ ਵੀ ਅੱਗੇ ਦੇਣ ਵਾਲਾ। ਦੇਵਾਂ ਦਾ ਵੀ ਦੇਵ, ਪ੍ਰਕਾਸ਼ ਸਰੂਪ ਦਾ ਵੀ ਪ੍ਰਕਾਸ਼ ਸਰੂਪ, ਪੂਜਣ ਯੋਗਾਂ ਦਾ ਵੀ ਪੂਜਣ ਯੋਗ, ਦਾਤਿਆਂ ਦਾ ਵੀ ਦਾਤਾ, ਜਿਹਨੂੰ 10ਵੇਂ ਪਾਤਸ਼ਾਹ ਮਹਾਦਾਨੀ ਕਹਿੰਦੇ ਨੇ ਆਪਣੀ ਬਾਣੀ ਦੇ ਵਿੱਚ। ਐਸੇ ਵਾਹਿਗੁਰੂ ਜੀ ਦੇ ਤਾਂ ਹੀ ਨਮਸਕਾਰ ਹੈ, ਕਿਉਂ ਬਾਕੀ ਸਾਰੇ ਕੋਈ ਇੱਕ ਚੀਜ਼ ਦੇ ਸਕਦਾ ਹੈ, ਕੋਈ ਦੋਸ਼ ਦੇ ਸਕਦਾ ਹੈ, ਕੋਈ ਇੱਛਾ ਪੂਰੀ ਕਰ ਸਕਦਾ, ਕੋਈ ਕਰ ਸਕਦਾ ਹੈ, ਪਰ ਸਾਰੀਆਂ ਇੱਛਾਵਾਂ ਹਰ ਕੋਈ ਨਹੀਂ ਪੂਰੀਆਂ ਕਰ ਸਕਦਾ ਹੈ। ਸਾਰੇ ਪਦਾਰਥ ਹਰ ਕੋਈ ਨਹੀਂ ਦੇ ਸਕਦਾ ਹੈ। ਤਖ਼ਤ ਸ੍ਰੀ ਪਟਨਾ ਸਾਹਿਬ ਦੇ ਲਾਗੇ ਹਿੰਦੂ ਧਰਮ ਦਾ, ਬੁੱਧ ਧਰਮ ਦਾ, ਜੈਨ ਧਰਮ ਦਾ ਬੜਾ ਵੱਡਾ ਤੀਰਥ ਹੈ ਗਿਆ, ਜਿੱਥੇ ਮਹਾਤਮਾ ਬੁੱਧ ਨੂੰ ਗਿਆਨ ਹੋਇਆ, ਬੋਧ ਹੋਇਆ। ਗੌਤਮ ਜੀ ਨੂੰ ਉਹਨੂੰ ਬੋਧ ਗਿਆ ਕਹਿ ਦਿੰਦੇ। ਤੇ ਮਰਨ ਤੋਂ ਬਾਅਦ ਜਿੱਥੇ ਪਿੰਡ ਭਰੇ ਜਾਂਦੇ ਨੇ, ਉਹਨੂੰ ਗਿਆ ਕਹਿ ਦਿੰਦੇ ਨੇ। ਜਿੱਥੇ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਗਏ, ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਗਏ, ਤੇ ਬਾਬਾ ਸ੍ਰੀ ਚੰਦ ਸਾਹਿਬ ਮਹਾਰਾਜ ਵੀ ਗਏ। ਹਿੰਦੂ ਧਰਮ ਦਾ ਬੜਾ ਵੱਡਾ ਤੀਰਥ ਹੈ। ਜਿਵੇਂ ਸਿੱਖਾਂ ਦੇ ਵਿੱਚ ਪੰਜਾ ਸਾਹਿਬ ਹੈ, ਇੱਦਾਂ ਭਗਵਾਨ ਵਿਸ਼ਨੂੰ ਜੀ ਨੇ ਉੱਥੇ ਆਪਣਾ ਚਰਨ ਲਾਇਆ ਉਸ ਧਰਤੀ ਤੇ। ਉਹਨਾਂ ਦੇ ਚਰਨ ਦੀ ਪੂਜਾ ਹੁੰਦੀ ਹੈ। ਤਾਂ ਸਾਖੀ ਤੇ ਬੜੀ ਲੰਮੀ ਹੈ ਕਿ ਗਯਾਸੁਰ ਨਾਮ ਦਾ ਰਾਖਸ਼ ਹੋਇਆ। ਬੇਨਤੀ ਪ੍ਰਕਰਨ ਇਹ ਚੱਲਦਾ ਪਿਆ, ਨਾਲ ਨਾਲ ਚੇਤੇ ਕਰਾ ਦਾਂ, ਜਿਹੜੇ ਦਾਤਾਂ ਦੇਣ ਵਾਲੇ ਨੇ ਉਹਨਾਂ ਨੂੰ ਵੀ ਕੋਈ ਦੇਣ ਵਾਲਾ। ਤਪ ਕਰਕੇ ਹਿਰਦਾ ਪਵਿੱਤਰ ਹੋਇਆ ਤੇ ਬ੍ਰਹਮਾ ਜੀ ਤੋਂ ਵਰ ਮੰਗ ਲਿਆ ਵੀ ਜਿੱਧਰ ਮੇਰੀ ਨਿਗਾਹ ਜਾਵੇ, ਜਿਹੜਾ ਮੇਰੇ ਮੱਥੇ ਲੱਗੇ ਉਹਦੇ ਪਾਪ ਖਤਮ ਹੋ ਜਾਣ, ਸਵਰਗਾਂ ਨੂੰ ਜਾਵੇ। ਜਿਹੜਾ ਮੇਰੀ ਨਿਗਾਹ ਦੀ ਰੇਂਜ ਵਿੱਚ ਵੀ ਆ ਜਾਏ, ਮਾਰਚ ਵੀ ਆ ਜਾਏ। ਕਿਉਂ ਤਪ ਕਰ ਕਰਕੇ ਹਿਰਦਾ ਪਵਿੱਤਰ ਹੋ ਗਿਆ ਸੀ, ਪਰਉਪਕਾਰੀ ਹੋ ਗਿਆ। ਹੈ ਰਾਖਸ਼, ਪਰ ਬੰਦਗੀ ਜਿਹੜੀ ਹੈ ਉਹ ਰਾਖਸ਼ਾਂ ਨੂੰ ਦੇਵਤੇ ਬਣਾ ਦਿੰਦੀ ਹੈ, ਹਿਰਦਾ ਬਦਲ ਦਿੰਦੀ ਹੈ। ਹੁਣ ਸਾਰੇ ਲੋਕ ਹੀ ਸਵਰਗਾਂ ਨੂੰ ਜਾਣ ਲੱਗ ਪਏ। ਧਰਮ ਰਾਜਾ, ਯਮ ਰਾਜਾ, ਉਹ ਬੜੇ ਦੁਖੀ ਵਿਹਲੇ ਬੈਠੇ ਵੀ ਆਹ ਚੰਗੀ ਗੱਲ ਹੋਈ, ਨਾ ਕੋਈ ਬੰਦਗੀ ਕਰੇ, ਨਾ ਕੋਈ ਜਾਪ ਕਰੇ, ਨਾ ਕੋਈ ਤਪ ਕਰੇ, ਬਸ ਉਹਦੇ ਮੱਥੇ ਲੱਗੋ ਤੇ ਸਵਰਗਾਂ ਦੀ ਟਿਕਟ ਪੱਕੀ ਆ, ਤੁਹਾਡੇ ਵੀਜ਼ਾ ਲੱਗਾ ਹੀ ਲੱਗਾ। ਤਾਂ ਭਗਵਾਨ ਵਿਸ਼ਨੂੰ ਜੀ ਨੂੰ ਬੇਨਤੀ ਕੀਤੀ ਬ੍ਰਹਮਾ ਜੀ ਨੇ ਕਿ ਮਹਾਰਾਜ ਹੁਣ ਉਹਨੇ ਬੰਦਗੀ ਕੀਤੀ ਹੈ ਤੇ ਬੰਦਗੀ ਦਾ ਫਲ ਤੇ ਦੇਣਾ ਹੀ ਪੈਂਦਾ, ਹੁਣ ਤੁਸੀਂ ਸਾਂਭੋ। ਇਹ ਮਰਿਆਦਾ ਵਿਗੜ ਗਈ ਸੰਸਾਰ ਦੀ। ਵੀ ਜਿਹੜੇ ਸ਼ੈਤਾਨ ਬੰਦੇ ਨੇ, ਚਤਰ ਬੰਦੇ ਨੇ, ਉਹ ਪਾਪ ਪੂਪ ਕਰਕੇ ਤੇ ਚਲੋ ਜੀ ਗਯਾਸੁਰ ਜੀ ਦੇ ਮੱਥੇ ਲੱਗੋ ਤੇ ਪਾਪ ਖਤਮ। ਤਾਂ ਕਹਿੰਦੇ ਚਲੋ ਮੈਂ ਦੇਖਦਾ ਕੀ ਕਰਦਾ। ਤਾਂ ਭਗਵਾਨ ਆਏ, ਗਯਾਸੁਰ ਜੀ ਨੂੰ ਕਹਿਣ ਲੱਗੇ ਵੀ ਮੈਨੂੰ ਨਾ ਪਵਿੱਤਰ ਧਰਤੀ ਚਾਹੀਦੀ ਆ, ਜਿੱਥੇ ਮੈਂ ਯੱਗ ਕਰਨਾ, ਹਵਨ ਕਰਨਾ ਵਾਹਿਗੁਰੂ। ਕਹਿੰਦਾ ਮਹਾਰਾਜ ਵੀ ਸਾਰੀ ਤੁਹਾਡੀ ਹੈ। ਕਹਿੰਦੇ ਮੈਨੂੰ ਤੇ ਤਿੰਨਾਂ ਲੋਕਾਂ 'ਚ ਕੋਈ ਪਵਿੱਤਰ ਲੱਭੀ ਨਹੀਂ। ਕਹਿੰਦੇ ਜੀ ਫਿਰ ਦਾਸ ਕੀ ਸੇਵਾ ਕਰੇ? ਕਹਿੰਦੇ ਤੇਰਾ ਸਰੀਰ ਸਭ ਤੋਂ ਪਵਿੱਤਰ ਆ, ਇਹ ਤੂੰ ਮੈਨੂੰ ਸਰੀਰ ਦੇ ਦੇ ਆਪਣਾ ਹਵਨ ਕਰਨ ਵਾਸਤੇ। ਹੁਣ ਰਾਖਸ਼ਾਂ ਦੇ ਸਰੀਰ ਵੱਡੇ ਹੁੰਦੇ ਆ, ਉਹਦੇ ਨਿੱਕਾ ਜਿਹਾ ਉੱਤੇ ਕੁੰਡ ਬਣਨਾ ਸੀ ਤੇ ਮੈਂ ਤੇਰੇ ਸਰੀਰ ਤੇ ਹਵਨ ਕਰਨਾ ਕਿਉਂ? ਤੇਰੇ ਤੋਂ ਪਵਿੱਤਰ ਕੋਈ ਧਰਤੀ ਨਹੀਂ ਆ। ਧਰਤੀ ਨੂੰ ਸਰੀਰ ਮੰਨਿਆ, ਸਰੀਰ ਨੂੰ ਧਰਤੀ ਮੰਨਿਆ।
ਚਲੋ ਉਹਨਾਂ ਆਖਿਆ ਜੀ ਠੀਕ ਆ ਜੀ, ਕੋਈ ਨਹੀਂ। ਤਾਂ ਫਿਰ ਉਹ ਮੌਤ ਤੇ ਹੋਣੀ ਸੀ। ਜਦੋਂ ਸਾਹ ਘੁੱਟਣ ਲੱਗਾ ਤਾਂ ਭਗਵਾਨ ਜੀ ਨੂੰ ਕਹਿਣ ਲੱਗੇ ਵੀ ਭਗਵਾਨ ਮੈਨੂੰ ਕਿਸ ਜਨਮ ਦੇ ਪਾਪ ਦੀ ਸਜ਼ਾ ਦੇਣ ਲੱਗਾ? ਵੀ ਮੈਂ ਤਾਂ ਸਾਰੀ ਉਮਰ ਜਪ ਤਪ ਕੀਤਾ, ਕਿਸੇ ਦਾ ਮਾੜਾ ਨਹੀਂ ਕੀਤਾ, ਤੇ ਤੂੰ ਚੰਗੀ ਕਰ ਲੱਗਿਆ ਵੀ ਹੁਣ ਮੇਰੇ ਸਰੀਰ ਤੇ ਹਵਨ ਕੁੰਡ ਬਣਾ ਕੇ ਤੇ ਮੇਰਾ ਸਰੀਰ ਤੇ ਫਿਰ ਖਤਮ ਹੋਣਾ ਹੀ ਆ। ਤਾਂ ਭਗਵਾਨ ਕਹਿੰਦੇ ਵੀ ਗੱਲ ਇਹ ਆ ਵੀ ਮੈਨੂੰ ਤੈਨੂੰ ਮਾਰਨਾ ਹੀ ਪੈਣਾ, ਕਿਉਂ ਤੁਸੀਂ ਧਰਤੀ ਦੀ ਮਰਿਆਦਾ ਵਿਗਾੜਤੀ ਤੇ ਤੂੰ ਰਾਖਸ਼ ਆ, ਜੇ ਲੜ ਕੇ ਵੇਖਣਾ ਤੇ ਤੇਰੀ ਇੱਛਾ, ਮਾਰਨਾ ਮੈਨੂੰ ਫੇਰ ਵੀ ਪੈਣਾ ਤੈਨੂੰ, ਵੀ ਜੇ ਤੂੰ ਲੜਨਾ ਤੇ ਲੜ ਲਾ, ਤੇਰੀ ਇੱਛਾ ਨਾ ਰਵੇ। ਜਿੱਦਾਂ ਲਿਖਿਆ ਗ੍ਰੰਥਾਂ ਦੇ ਵਿੱਚ ਮਹਾਂਪੁਰਸ਼ ਸੁਣਾਉਂਦੇ। ਤਾਂ ਉਹ ਕਹਿੰਦਾ ਭਗਵਾਨ ਜੇ ਮੈਂ ਲੜਨਾ ਹੀ ਹੁੰਦਾ ਤੇ ਬੰਦਗੀ ਕਿਉਂ ਕਰਨੀ ਸੀ? ਜਿਹੜੇ ਤੈਨੂੰ ਮੰਨਦੇ ਉਹਨਾਂ ਤੇਰੇ ਨਾਲ ਲੜ ਕੇ ਕੀ ਕਰਨਾ? ਨਾਲੇ ਤੇਰੇ ਨਾਲ ਲੜ ਕੇ ਕੌਣ ਜਿੱਤਾ? ਰੱਬ ਨਾਲ ਲੜ ਕੇ ਜਿੱਤਿਆ ਕੋਈ ਅਜੇ ਤੱਕ? ਕੋਈ ਵੀ ਨਹੀਂ ਜਿੱਤ ਸਕਦਾ ਰੱਬ ਦੇ ਨਾਲ ਲੜ ਕੇ। ਤਾਂ ਥੋੜੇ ਚਿਰ ਦਾ ਗੁੱਸਾ ਹੁੰਦਾ, ਫਿਰ ਆਪੇ ਅੱਖਾਂ ਖੁੱਲ ਜਾਂਦੀਆਂ ਵੀ ਇਹਦੇ ਬਿਨਾਂ ਸਰਨਾ ਨਹੀਂ ਆ ਤੇ ਜੋ ਕਰਦਾ ਠੀਕ ਕਰਦਾ। ਪਰ ਪਹਿਲਾਂ ਤੇ ਇੱਕ ਵਾਰੀ ਅੱਗ ਲੱਗਦੀ ਨਾ ਵੀ ਕਿਤੇ ਹੋਵੇ ਹਾਂ ਥੱਲੇ, ਆ ਕਿਸੇ ਦੇ ਘਰ ਮੌਤ ਹੋ ਜੇ ਨਾ ਤੇ ਮਾਈਆਂ ਦੀਆਂ ਗੱਲਾਂ ਸੁਣਿਆ ਕਰੋ। ਪਤਾ ਨਹੀਂ ਕਿਹੜੇ ਗ੍ਰੰਥ ਪੜ੍ਹੇ ਇਹਨਾਂ ਨੇ, ਇਹੋ ਜੀ ਗੱਲ ਕੱਢ ਕੇ ਲਿਆਉਂਦੀਆਂ ਨੇ। ਕਿਸੇ ਦਾ ਮੁੰਡਾ ਚੜ੍ਹਾਈ ਕਰ ਗਿਆ, ਹੈ ਤਾਂ ਬੜੇ ਦੁੱਖ ਵਾਲੀ ਗੱਲ ਆ, ਤੇ ਇੱਕ ਮਾਈ ਕਹਿੰਦੀ ਰੱਬ ਨਾ ਤੁਹਾਡੇ ਨਾਲ ਥੱਲੇ ਉਤਰ ਕੇ ਲੜਿਆ, ਕਿ ਜਿੱਦਾਂ ਚੇਚਾ ਅਪਾਇੰਟਮੈਂਟ ਲੈ ਕੇ ਆਇਆ ਸੀ ਤੁਹਾਡੇ ਨਾਲ ਲੜਨ ਵਾਸਤੇ। ਤਾਂ ਪਰਮੇਸ਼ਰ ਨੂੰ ਅਸੀਂ ਮਿਹਣੇ ਤੇ ਦਿੰਦੇ ਆ, ਤੇ ਭਾਣੇ ਦੇ ਉਲਟ ਵੀ ਬੇਈਮਾਨ ਮਨ ਜਿਹੜਾ ਸਾਡਾ ਜਾਂਦਾ ਮੰਨਣ ਨੂੰ ਤਿਆਰ ਨਹੀਂ ਹੁੰਦਾ। ਤਾਂ ਉਹ ਕਹਿੰਦਾ ਭਗਵਾਨ ਜੇ ਤੇਰੇ ਨਾਲ ਹੀ ਲੜਨਾ ਸੀ ਤੇ ਤੇਰੇ ਨਾਲ ਲੜ ਕੇ ਜਿੱਤਿਆ ਕੌਣ ਆ? ਰੱਬ ਨਾਲ ਲੜ ਕੇ ਜਿੱਤਿਆ ਅਜੇ ਤੱਕ ਕੋਈ? ਜਿੰਨੇ ਵਹਿਮ ਪਾਲੇ ਸਾਰਿਆਂ ਦੇ ਨਿਕਲ ਗਏ, ਅਖੀਰ ਝੁਕਣਾ ਹੀ ਪਿਆ ਉਹਦੇ ਅੱਗੇ। ਤਾਂ ਕਹਿੰਦੇ ਤੂੰ ਬੰਦਗੀ ਕੀਤੀ ਹੈ, ਤੂੰ ਐ ਕਰ ਵਰ ਮੰਗ, ਤੇਰਾ ਰੋਸ ਨਾ ਰਵੇ। ਤਾਂ ਗਯਾਸੁਰ ਜੀ ਨੇ ਫਿਰ ਵਰ ਮੰਗਿਆ ਵੀ ਇੱਕ ਆਪਣਾ ਚਰਨ ਇੱਥੇ ਲਾਓ, ਦੂਜਾ ਜਿਸ ਜਗ੍ਹਾ ਤੇ ਮੈਂ ਬਹਿ ਕੇ ਤਾਪ ਕੀਤਾ ਇਸ ਏਰੀਏ ਦੇ ਵਿੱਚ ਜਿਹਦੇ ਮਰਨ ਤੋਂ ਬਾਅਦ ਪਿੰਡ ਭਰੇ ਜਾਣਗੇ ਉਹ ਸਵਰਗਾਂ ਨੂੰ ਜਾਵੇ। ਉਹਨਾਂ ਆਖਿਆ ਵੀ ਇਦਾਂ ਹੀ ਹੋਵੇਗਾ। ਉਹਦੀ ਘਰ ਵਾਲੀ ਸੀ ਫਲਗੂ ਨਦੀ, ਜਿਹੜੀ ਉੱਥੇ ਲਾਗੇ ਨਦੀ ਵਗਦੀ ਨਾ ਫਲਗੂ। ਉਹਨੇ ਆਖਿਆ ਵੀ ਆਪ ਤੇ ਤੂੰ ਅਮਰ ਹੋ ਗਿਆ ਬੰਦਗੀ ਕਰਕੇ, ਵੀ ਮੈਂ ਤੇਰੀ ਸੇਵਾ ਕਰਦੀ ਰਹੀ ਹਾਂ, ਰੋਟੀ ਪਾਣੀ ਸਾਰਾ ਕੱਪੜਾ ਲੀੜਾ, ਵੀ ਬੰਦਗੀ ਤੇ ਤੂੰ ਤਾਂ ਹੀ ਕੀਤੀ ਆ ਨਾ, ਮੇਰਾ ਵੀ ਤੇ ਅੱਧ ਹਿੱਸਾ ਬਣਦਾ ਵਾ। ਤਾਂ ਉਹਨੇ ਵੀ ਵਰ ਮੰਗਿਆ, ਉਹਦੀ ਵੀ ਇੱਛਾ ਮਹਾਰਾਜ ਨੇ ਪੂਰੀ ਕੀਤੀ। ਤਾਂ ਉਸ ਰਾਖਸ਼ ਦੇ ਨਾਂ ਤੇ ਫਿਰ ਉਹ ਗਿਆ, ਜਿਹੜਾ ਰਾਖਸ਼ ਦੀ ਧਰਤੀ ਸੀ, ਬੰਦਗੀ ਕਰਕੇ ਤੀਰਥ ਬਣ ਗਿਆ। ਤਾਂ ਉੱਥੇ ਭਗਵਾਨ ਵਿਸ਼ਨੂੰ ਜੀ ਦਾ ਚਰਨ ਲੱਗਾ ਹੋਇਆ। ਜਦੋਂ ਕਿਤੇ ਸ੍ਰੀ ਰਾਮਚੰਦਰ ਜੀ ਆਏ, ਜਿਵੇਂ ਧਾਰਮਿਕ ਗ੍ਰੰਥਾਂ ਦੇ ਵਿੱਚ ਬਚਨ ਆਉਂਦੇ, ਸੰਤ ਸੁਣਾਉਂਦੇ ਨੇ, ਤਾਂ ਦਸ਼ਰਥ ਦੇ ਪਿੰਡ ਭਰਨੇ ਸਨ। ਭਗਵਾਨ ਰਾਮ ਕਹਿੰਦੇ ਜੰਗਲ ਚੋਂ ਨਿਕਲ ਕੇ ਵੀ ਮੈਂ ਬਾਜ਼ਾਰ ਚੋਂ ਸਮਾਨ ਲੈ ਆਵਾਂ, ਤੇ ਤੁਸੀਂ ਇਦਾਂ ਕਰੋ ਵੀ ਤਿਆਰੀ ਕਰੋ। ਪਰ ਉਹ ਕਿਤੇ ਟਾਈਮ ਲੰਘਦਾ ਜਾਵੇ, ਜਿਹੜੇ ਟਾਈਮ ਪਿੰਡ ਭਰਨੇ ਹੋਣਗੇ ਜੋਤਿਸ਼ ਅਨੁਸਾਰ। ਤਾਂ ਉਹਨੇ ਦਸ਼ਰਥ ਦੀ ਰੂਹ ਨੇ ਭਗਵਾਨ ਦੀ ਘਰ ਵਾਲੀ ਮਾਤਾ ਸੀਤਾ ਨੂੰ ਆਖਿਆ ਵੀ ਤੂੰ ਪਿੰਡ ਭਰ ਦੇ। ਉਹ ਕਹਿੰਦੇ ਵੀ ਮੈਂ ਤਾਂ ਹੁਣ ਇਸਤਰੀ ਜਾਮਾ ਵਾਂ, ਜਨਾਨੀ ਦਾ ਸਰੀਰ ਆ, ਮੈਂ ਕਿੱਦਾਂ ਭਰ ਸਕਦੀ? ਜੋ ਇਹਨਾਂ ਦੀ ਮਰਿਆਦਾ ਹੋਵੇਗੀ ਬਹੁਤੀ ਤੇ ਆਪਾਂ ਨੂੰ ਪਤਾ ਨਹੀਂ। ਉਹ ਕਹਿੰਦੇ ਦਸ਼ਰਥ ਦੀ ਰੂਹ ਕਹਿੰਦੀ ਤੂੰ ਸ਼ੰਕਾ ਨਾ ਕਰ, ਤੂੰ ਭਰਦੇ ਨਹੀਂ ਤੇ ਟਾਈਮ ਲੰਘ ਜਾਣਾ। ਉਹ ਕਹਿੰਦੀ ਵੀ ਅਸੀਂ ਤੇ ਹੁਣ ਜੰਗਲ 'ਚ ਰਹਿੰਦੇ, ਸਾਡੇ ਕੋਲੇ ਤੇ ਕੁਝ ਵੀ ਨਹੀਂ ਆ। ਉਹ ਕਹਿੰਦਾ ਰੇਤਾ ਦੇ ਹੀ ਲੱਡੂ ਵੰਡਦੇ, ਰੇਤਾ ਦੇ ਲੱਡੂ ਆਪਣੇ ਵੱਟ ਕੇ ਨਾ ਪਿੰਡ ਬਣਾ ਕੇ ਛੋਟੇ ਛੋਟੇ, ਉਹ ਹੀ ਸੰਕਲਪ ਕਰਦੇ। ਚਲੋ ਉਹਨਾਂ ਨੇ ਕਰਤਾ, ਤੇ ਦਸ਼ਰਥ ਦੀ ਰੂਹ ਕਹਿੰਦੇ ਸਵਰਗਾਂ ਨੂੰ ਚਲੇ ਗਈ, ਜਿਵੇਂ ਧਾਰਮਿਕ ਗ੍ਰੰਥਾਂ 'ਚ ਲਿਖਿਆ। ਸ੍ਰੀ ਰਾਮਚੰਦਰ ਜੀ ਆਏ, ਉਹਨਾਂ ਨੂੰ ਗੁੱਸਾ ਚੜਿਆ ਵੀ ਮੇਰੇ ਬਜ਼ੁਰਗਾਂ ਵਾਸਤੇ ਰੇਤਾ ਹੀ ਲੱਭੀ ਸੀ ਖਵਾਉਣ ਨੂੰ ਜਾਂ ਪਿੰਡ ਭਰਨ ਨੂੰ।
ਮਾਤਾ ਕਹਿਣ ਲੱਗੀ ਸੀਤਾ ਵੀ ਉਹਨਾਂ ਨੇ ਮੈਨੂੰ ਕਿਹਾ, ਕਹਿੰਦੇ ਫਿਰ ਗਵਾਹੀ ਕੀ ਆ ਵੀ ਤੇਰੇ ਪਿੰਡ ਭਰੇ ਰੱਬ ਨੇ ਪ੍ਰਵਾਨ ਕਰ ਲਏ ਆ ਤੇ ਉਹ ਸਵਰਗਾਂ ਨੂੰ ਚਲੇ ਗਏ। ਤਾਂ ਉੱਥੇ ਗਊ ਖਲੋਤੀ ਸੀ, ਉਹ ਕਹਿੰਦੀ ਵੀ ਆਹ ਗਊ ਮੇਰੇ ਸਾਹਮਣੇ ਸੀ ਜਦੋਂ ਮੈਂ ਭਰੇ ਆ। ਤੇ ਕਹਿੰਦੇ ਤ੍ਰੇਤੇ ਯੁੱਗ 'ਚ ਕੁੱਤੇ ਦੀ ਭਾਸ਼ਾ, ਗਊ ਦੀ ਭਾਸ਼ਾ ਇਦਾਂ ਸਾਰੇ ਸਮਝ ਲੈਂਦੇ ਸੀ। ਉਹ ਗਊ ਮੁੱਕਰ ਗਈ, ਉਹਨੇ ਗਵਾਹੀ ਨਾ ਦਿੱਤੀ। ਤੇ ਕਹਿੰਦੇ ਸੀਤਾ ਨੇ ਫਿਰ ਗਊ ਨੂੰ ਸਰਾਫ ਦਿੱਤਾ ਵੀ ਤੇਰਾ ਮੂੰਹ ਝੂਠਾ ਰਹੂਗਾ ਤੇ ਕਲਯੁੱਗ 'ਚ ਤੂੰ ਗੰਦ ਚੁੱਕ ਕੇ ਖਾਇਆ ਕਰੇਂਗੀ। ਆ ਜਿਹੜੀਆਂ ਤੁਰੀਆਂ ਫਿਰਦੀਆਂ ਨਾ ਚਾਰੇ ਪਾਸੇ, ਇਹ ਸੀਤਾ ਦਾ ਸਰਾਫ ਇਹਨਾਂ ਨੂੰ, ਗਾਵਾਂ ਨੂੰ, ਇਹ ਵਾਰਾ ਤੁਰਿਆ ਕਰੋਗੀਆਂ ਤੇ ਗੰਦ ਚੁੱਕ ਚੁੱਕ ਕੇ ਖਾਇਆ ਕਰੋਗੀਆਂ ਤੇ ਮੂੰਹ ਤੁਹਾਡਾ ਝੂਠਾ ਰਹੇਗਾ। ਉੱਥੇ ਇੱਕ ਬੋਹੜ ਦਾ ਦਰਖਤ ਸੀ। ਹੁਣ ਜਿਵੇਂ ਲਿਖਿਆ ਵਾ ਸਿਰਫ ਨਿਚੋੜ, ਕਿਉਂ ਸਤਿਗੁਰੂ ਉੱਥੇ ਗਏ ਨੇ ਸ੍ਰੀ ਗੁਰੂ ਨਾਨਕ ਦੇਵ ਸਾਹਿਬ, ਤੇ ਸਤਿਗੁਰੂ ਨੇ ਉੱਥੇ ਸ਼ਬਦ ਵੀ ਉਚਾਰਿਆ ਹੈ, ਦੀਵਾ ਮੇਰਾ ਏਕ ਨਾਮ ਦੁੱਖ ਵਿੱਚ ਪਾਇਆ ਤੇਲ। ਪਿੰਡ ਭਰਨ ਦੀ ਜਿਹੜੀ ਮਰਿਆਦਾ ਹੈ ਉਹਦੇ ਪਰਥਾਏ ਕਿ ਨਾਮ ਜਪਣ ਕਰਕੇ ਮੁਕਤ ਹੁੰਦਾ ਹੈ। ਤਾਂ ਉੱਥੇ ਬੋਹੜ ਦਾ ਦਰਖਤ ਸੀ, ਉਹਨੇ ਗਵਾਹੀ ਭਰੀ ਵੀ ਇਹ ਠੀਕ ਹੈ, ਇਹਨੇ ਕੀਤਾ ਮਾਤਾ ਸੀਤਾ ਨੇ ਤੇ ਮੈਂ ਗਵਾਹੀ ਦਿੰਦਾ। ਤਾਂ ਭਗਵਾਨ ਰਾਮ ਜੀ ਨੇ ਉਹਨੂੰ ਵਰ ਦਿੱਤਾ ਵੀ ਜਿੰਨਾ ਚਿਰ ਦੁਨੀਆ ਰਹੂਗੀ ਤੂੰ ਰਵੇਂਗਾ। ਉਹਨੂੰ ਅਖੈ ਵੱਟ ਕਹਿੰਦੇ, ਅਖੈ ਵੱਟ, ਵੀ ਜਿਹੜਾ ਕਦੀ ਨਹੀਂ ਖਤਮ ਹੋਣ ਵਾਲਾ ਬੋਹੜ ਦਾ ਦਰਖਤ। ਤੇ ਉਹਨੂੰ ਵਰ ਦਿੱਤਾ ਵੀ 4 ਪਦਾਰਥਾਂ ਵਿੱਚੋਂ ਇੱਕ ਪਦਾਰਥ ਤੂੰ ਦੇ ਸਕਦਾ ਵਾ, ਚਾਰੇ ਨਹੀਂ। ਤੇ ਉਹਨਾਂ ਨੇ ਸਵਾਲ ਕੀਤਾ ਜੀ 4 ਕੌਣ ਦੇ ਸਕਦਾ? ਕਹਿੰਦੇ 4 ਤੇ ਫਿਰ ਪ੍ਰਮਾਤਮਾ ਹੀ ਦੇ ਸਕਦਾ, ਹੋਰ ਕੋਈ ਨਹੀਂ। ਤਾਂ ਇੱਥੇ ਗੱਲ ਚੱਲ ਪਈ ਵੀ ਨਮੋ ਦੇਵ ਦੇਵੇ। ਹੁਣ ਦੇਵੀ ਦੇਵਤੇ ਨੂੰ ਜਿਹੜੇ ਮੰਨਦੇ ਨੇ ਉਹਨਾਂ ਦੀ ਇੱਛਾ ਦੇਵੀ ਦੇਵਤੇ ਪੂਰੀ ਕਰਦੇ ਆ, ਪਰ ਦੇਵੀ ਦੇਵਤਿਆਂ ਨੂੰ ਅੱਗੇ ਕੌਣ ਦਿੰਦਾ ਪਿਆ? ਉਹਨਾਂ ਤੇ ਕਿਰਪਾ ਕੌਣ ਕਰ ਰਿਹਾ? ਤਾਂ ਜਿਹੜੇ ਦੇਣ ਵਾਲੇ ਨੇ ਨਾ ਦਾਤਾਂ ਦੁਨੀਆ 'ਚ, ਸਾਰੇ ਬੰਦਗੀ ਵਾਲੇ, ਕਮਾਈ ਵਾਲੇ, ਉਹਨਾਂ ਨੂੰ ਵੀ ਅੱਗੇ ਕੌਣ ਦਿੰਦਾ ਹੈ? ਉਹ ਈਸ਼ਵਰ। ਮਹਾਰਾਜ ਕਹਿੰਦੇ ਉਸ ਈਸ਼ਵਰ ਦੇ ਤਾਈਂ, ਉਸ ਵਾਹਿਗੁਰੂ ਦੇ ਤਾਈਂ ਨਮਸਕਾਰ ਹੈ, ਜਿਹੜਾ ਸਭ ਨੂੰ, ਦਾਤਿਆਂ ਨੂੰ ਵੀ ਦਾਤਾਂ ਜਿੰਨੇ ਦਿੱਤੀਆਂ ਹੋਈਆਂ ਨੇ। ਅਭੇਖੀ ਅਭੇਵੇ, ਉਹ ਵਾਹਿਗੁਰੂ ਭੇਖਾਂ ਕਰਕੇ, ਸਿਰਫ ਕੱਪੜਿਆਂ ਕਰਕੇ ਨਹੀਂ ਭੇਜਦਾ ਵੀ ਕੱਪੜੇ ਪਾ ਲਏ ਆ ਹੁਣ ਧਰਮ ਦੇ, ਰੱਬ ਦੇ ਨਾਂ ਦੇ ਕੱਪੜੇ ਬਣਾ ਲਏ ਤੇ ਕੱਪੜੇ ਪਾ ਲਏ, ਵੀ ਇਹੋ ਜਿਹੇ ਸੰਤ ਸਾਧੂ ਕੱਪੜੇ ਪਾਉਂਦੇ ਆ ਤੇ ਸ਼ਾਇਦ ਰੱਬ ਮਿਲ ਜੂਗਾ, ਰੱਬ ਪ੍ਰਸੰਨ ਹੋ ਜੂਗਾ। ਤਾਂ ਮਹਾਰਾਜ ਕਹਿੰਦੇ ਕਿਸੇ ਖਾਸ ਭੇਖ ਦੇ ਅਧੀਨ ਨਹੀਂ ਹੈ, ਭੇਖਾਂ ਤੋਂ ਰਹਿਤ ਹੈ, ਆ ਭੇਖੀ ਹੈ। ਤੇ ਆ ਭੇਵੇ, ਉਹਦਾ ਕੋਈ ਭੇਦ ਨਹੀਂ ਪਾ ਸਕਦਾ, ਅੰਤ ਨਹੀਂ ਪਾ ਸਕਦਾ ਹੈ। ਐਸਾ ਵਾਹਿਗੁਰੂ ਪਰਮੇਸ਼ਰ, ਉਹਦੇ ਤਾਈਂ ਮਹਾਰਾਜ ਕਹਿੰਦੇ ਨਮਸਕਾਰ ਹੈ। ਨਮੋ ਕਾਲ ਕਾਲੇ, ਨਮੋ ਸਰਬ ਪਾਲੇ। ਜਿਹੜੇ ਵਾਹਿਗੁਰੂ ਜੀ ਕਾਲ, ਮੌਤ ਦਾ ਵੀ ਕਾਲ ਨਾਸ ਕਰਨ ਵਾਲੇ ਨੇ। ਹੁਣ ਕਾਲ 2 ਵਾਰੀ ਆ ਗਿਆ ਨਾ, ਕਾਲ ਕਾਲੇ। ਕਾਲ ਦੇ ਬਹੁਤ ਜ਼ਿਆਦਾ ਅਰਥ ਨੇ, ਕਾਲੀ ਦੇ ਵੀ ਬਹੁਤ ਜ਼ਿਆਦਾ ਅਰਥ ਨੇ। ਜੇ ਸਾਰੇ ਕੋਸ਼ਾਂ ਦੇ ਅਰਥ ਮਿਲਾਈਏ ਨਾ, ਜਿਹੜੇ ਸੰਸਕ੍ਰਿਤ ਦੇ ਕੋਸ਼ ਨੇ, ਤੇ ਕੋਈ 16 ਤੋਂ ਵੱਧ ਕਾਲੀ ਸ਼ਬਦ ਦੇ ਹੀ ਅਰਥ ਆ, ਤੇ ਨਿੱਕੇ ਜਿਹੇ ਕਾਲੀ ਸ਼ਬਦ ਤੇ ਰਟਾ ਪਾ ਕੇ ਬਹਿ ਜਾਂਦੇ ਨਾ, ਨਮੋ ਕਾਲ ਕਾਲਕਾ ਰਾਧੀ, ਮਹਾਕਾਲ ਕਾਲਕਾ ਰਾਧੀ, ਇੱਥੇ ਹੀ ਫਸ ਕੇ ਬਹਿ ਜਾਂਦੇ ਵੀ ਕਾਲਕਾ ਕੌਣ ਆ? ਕਾਲਕਾ ਸ਼ਬਦ ਦੇ ਹੀ ਬਹੁਤ ਜ਼ਿਆਦਾ ਅਰਥ ਆ ਕੋਸ਼ਾਂ ਦੇ ਵਿੱਚ। ਤੇ ਹੁਣ ਇੱਥੇ ਕਾਲ ਦਾ ਅਰਥ ਕੀ ਕੀਤਾ? ਮਹਾਂਪੁਰਸ਼ਾਂ ਨੇ ਮੌਤ, ਮੌਤ ਤੋਂ ਕੋਈ ਨਹੀਂ ਜਿੱਤ ਸਕਿਆ। ਹੁਣ ਉਹਨੂੰ ਵੀ ਕਾਲੇ ਮਾਰਨ ਵਾਲਾ, ਮੌਤ ਨੂੰ ਵੀ ਖਤਮ ਕਰਨ ਵਾਲਾ। ਮੇਰੇ ਨਾਲ ਸਤਿਕਾਰਯੋਗ ਗਿਆਨੀ ਗੁਰਪ੍ਰੀਤ ਸਿੰਘ ਜੀ ਵੈਦ ਜੀ ਕਥਾ ਕਰਾਉਂਦੇ ਨੇ, ਇਹ ਕੁਰਾਨ ਸ਼ਰੀਫ ਪੜ੍ਹਨ ਜਾਂਦੇ ਹੁੰਦੇ, ਮੌਲਵੀ ਜੀ ਦੇ ਪਾਸੋਂ ਬੜੇ ਪ੍ਰੇਮ ਨਾਲ ਪੜ੍ਹਾ ਦਿੰਦੇ, ਚੰਗੇ ਬੰਦੇ ਆ, ਸਾਧੂ ਲੋਕ। ਇਹ ਮੈਨੂੰ ਦੱਸਦੇ ਪਏ ਸੀ, ਗੱਲ ਚੱਲੀ ਨਮੋ ਕਾਲ ਕਾਲੇ, ਮੌਤ ਨੂੰ ਵੀ ਮਾਰਨ ਵਾਲਾ।
ਇੱਥੇ ਮੌਤ ਕੀ ਹੋ ਗਈ? ਅਜ਼ਰਾਈਲ ਫਰਿਸ਼ਤਾ। ਤਿਲ ਪੀੜੈ ਕਹਾਣੀ। ਮੌਤ ਦਾ ਫਰਿਸ਼ਤਾ ਕੀ ਆ? ਹਿੰਦੂ ਧਰਮ ਨੇ ਉਹਦਾ ਨਾਂ ਕੀ ਰੱਖਿਆ? ਯਮਰਾਜ। ਤੇ ਈਸਾਈਆਂ ਨੇ ਤੇ ਆਪਣੇ ਉਹ ਦੂਜੇ ਯਹੂਦੀਆਂ ਨੇ, ਮੁਸਲਮਾਨਾਂ ਨੇ ਉਹਦਾ ਨਾਂ ਕੀ ਰੱਖਿਆ? ਅਜ਼ਰਾਈਲ। ਜਿਹਦੀ ਸੇਵਾ ਕੀ ਆ? ਮੌਤ। ਵੀ ਜਿਹਦੀ ਵਾਰੀ ਆਉਂਦੀ ਲਈ ਆ ਫੜ ਕੇ। ਤਾਂ ਬਹੁਤ ਜ਼ਿਆਦੇ ਫਰਿਸ਼ਤੇ ਮੰਨੇ ਮੁਸਲਮਾਨ ਧਰਮ 'ਚ। ਇੱਕ ਦਿਨ ਗੱਲ ਚੱਲ ਪਈ, ਮੌਤ ਨੂੰ ਵੀ ਕੋਈ ਮਾਰਨ ਵਾਲਾ ਵਾ। ਤਾਂ ਉਹ ਮੌਲਵੀ ਸਾਹਿਬ ਕਹਿੰਦੇ ਵੀ ਜਦੋਂ ਸਾਰੀ ਦੁਨੀਆ ਖਤਮ ਹੋ ਜਾਂਦੀ ਨਾ, ਜਿੱਦਾਂ ਕੁਰਾਨ ਸ਼ਰੀਫ 'ਚ ਲਿਖਿਆ ਨਮੋ ਕਾਲ ਕਾਲੇ, ਜਦੋਂ ਸਾਰਾ ਸੰਸਾਰ ਖਤਮ ਹੋ ਜਾਂਦਾ ਹੈ ਤਾਂ ਫਿਰ ਫਰਿਸ਼ਤੇ ਵੱਜਦੇ ਆ। ਜਿਵੇਂ ਆ ਇੱਧਰ ਦੇਵੀ ਦੇਵਤੇ ਕਹਿ ਦਿੰਦੇ ਨੇ ਹਿੰਦੂ ਧਰਮ 'ਚ, ਫਰਿਸ਼ਤੇ ਵੱਜਦੇ ਨੇ। ਫਿਰ ਉਹਨਾਂ ਦੀ ਵੀ ਇੱਕ ਉਮਰ ਹੁੰਦੀ, ਉਹ ਵੀ ਖਤਮ ਹੋ ਜਾਂਦੇ ਆ। ਫਿਰ ਖੁਦਾ ਪੁੱਛਦਾ ਹੁਣ ਕੌਣ ਰਹਿ ਗਿਆ? ਤੇ ਉਹ ਅਜ਼ਰਾਈਲ ਜਿਹੜਾ ਮੌਤ ਦਾ ਫਰਿਸ਼ਤਾ ਨਾ, ਜਿਹਨੂੰ ਇੱਧਰ ਆਪਾਂ ਯਮਰਾਜ ਕਹਿ ਦਿੰਦੇ ਜਾਂ ਧਰਮਰਾਜ ਕਹਿ ਦਿੰਦੇ, ਗੁਰਬਾਣੀ 'ਚ ਦੋਵਾਂ ਦਾ ਨਾਂ ਆਇਆ। ਧਰਮ ਰਾਏ ਜਬ ਲੇਖਾ ਮੰਗੈ, ਜਾਂ ਧਰਮ ਰਾਏ ਦਰ ਕਾਗਦ ਫਾਰੇ, ਜਨ ਨਾਨਕ ਲੇਖਾ ਸਮਝਾ। ਤੇ ਦੂਸਰੇ ਬੰਨੇ ਅਜ਼ਰਾਈਲ ਦਾ ਨਾਮ ਹੀ ਆਇਆ। ਤਲਬਾਂ ਪੌਸਨ ਆਕੀਆਂ ਬਾਕੀ ਜਿਨ੍ਹਾਂ ਰਹੀ, ਅਜ਼ਰਾਈਲ ਫਰਿਸ਼ਤਾ ਹੋਸੀ ਆਏ ਤਈ, ਹੋਸੀ ਆਏ ਤਈ। ਹੁਣ ਦੋਵਾਂ ਦਾ ਨਾਂ ਆਇਆ, ਨਾਮ ਵੱਖਰੇ ਨੇ, ਕੰਮ ਇੱਕ ਹੀ ਆ ਦੋਵਾਂ ਦਾ। ਤਾਂ ਉਹ ਫਿਰ ਅਜ਼ਰਾਈਲ ਫਰਿਸ਼ਤਾ ਕੀ ਕਹਿੰਦਾ, ਜਾਂ ਮੌਤ ਦਾ ਫਰਿਸ਼ਤਾ ਮੈਸੇਂਜਰ ਆਫ ਡੈਥ ਕੀ ਕਹਿੰਦਾ ਵਾ? ਉਹ ਕਹਿੰਦਾ ਖੁਦਾ ਹੁਣ ਇੱਕ ਮੈਂ ਰਹਿ ਗਿਆ ਤੇ ਇੱਕ ਤੂੰ। ਤੇ ਜਿੱਦਾਂ ਕੁਰਾਨ ਸ਼ਰੀਫ ਜਾਂ ਇਸਲਾਮ ਧਰਮ ਦੇ ਗ੍ਰੰਥਾਂ 'ਚ ਲਿਖਿਆ, ਪਤਾ ਕੀ ਲਿਖਿਆ? ਫਿਰ ਖੁਦਾ ਕਹਿੰਦਾ ਹੈ ਇੱਥੇ ਇੱਕ ਹੀ ਰਹਿੰਦਾ ਹੈ, ਤੂੰ ਵੀ ਨਹੀਂ ਰਹਿੰਦਾ। ਫਿਰ ਉਹ ਬੜਾ ਪਛਤਾਉਂਦਾ ਵਾ ਮੌਤ ਦਾ ਫਰਿਸ਼ਤਾ, ਮੈਨੂੰ ਮਰਨਾ ਪੈਣਾ। ਹੁਣ ਜਿੰਨੇ ਤੇ ਇਸਲਾਮ ਧਰਮ ਦਾ ਇਤਿਹਾਸ ਪੜ੍ਹਿਆ ਹੋਊਗਾ, ਸਾਹਿਤ ਪੜ੍ਹਿਆ ਹੋਊਗਾ, ਬੋਧੀਆਂ ਦਾ ਪੜ੍ਹਿਆ ਹੋਊਗਾ, ਹਿੰਦੂਆਂ ਦਾ ਪੜ੍ਹਿਆ ਹੋਊਗਾ, ਉਹਨੂੰ ਤੇ ਪਤਾ ਹੋਊਗਾ ਵੀ ਕਾਲ ਕਿਹਨੂੰ ਕਹਿੰਦੇ ਆ। ਤੇ ਜਿਨ੍ਹਾਂ ਨੂੰ ਇਲ ਕੁੱਕੜ ਨਹੀਂ ਆਉਂਦਾ ਉਹ ਫਿਰ ਪਾ ਲੈਂਦੇ ਰੌਲਾ, ਮਹਾਕਾਲ ਕਾਲਕਾਰ ਆਦਿ। ਕਾਲ ਕਿਹਨੂੰ ਕਹਿੰਦੇ ਆ? ਇਹ ਤੇ ਜੀ ਕਾਲਕਾ ਕਹੀ ਜਾਂਦੇ, ਆਹ ਕਹੀ ਜਾਂਦੇ, ਕਾਲ ਦੇ ਪੁਜਾਰੀ ਆ, ਜੇ ਆ ਜੀ ਉਹ ਆ। ਤਾਂ ਜਿਹੜਾ ਅਜ਼ਰਾਈਲ ਕਾਲ ਨੂੰ ਵੀ ਮਾਰਨ ਵਾਲਾ ਹੈ, ਖਤਮ ਕਰਨ ਵਾਲਾ ਹੈ। ਕਿਉਂ? ਇੱਕ ਵਾਹਿਗੁਰੂ ਹੀ ਰਹਿਣ ਵਾਲਾ ਹੈ। ਆਦ ਸੱਚ, ਜੁਗਾਦ ਸੱਚ, ਹੈ ਪੀ ਸੱਚ, ਨਾਨਕ ਹੋਸੀ ਭੀ ਸੱਚ। ਤਾਂ ਉਹ ਵਾਹਿਗੁਰੂ ਨੂੰ ਨਮਸਕਾਰ ਹੈ ਜਿਹੜਾ ਮੌਤ ਦੀ ਵੀ ਮੌਤ ਹੈ, ਕਾਲ ਨੂੰ ਵੀ ਕਾਲ ਨਾਸ ਕਰਨ ਵਾਲਾ ਹੈ, ਜਿਹਨੂੰ ਮਹਾਕਾਲ ਵੀ ਕਿਹਾ ਜਾਂਦਾ ਹੈ। ਜਾਂ ਫਿਰ ਕਾਲ ਤੋਂ ਭਾਵ ਲੈਣਾ ਸਮਾਂ, ਤੇ ਸਮੇਂ ਤੋਂ ਭਾਵ ਲੈਂਦੇ ਨੇ ਜਨਮ ਤੇ ਮਰਨ। ਸਮੇਂ 'ਚ ਹੀ ਬੰਦਾ ਜੰਮਿਆ ਤੇ ਸਮੇਂ 'ਚ ਹੀ ਮਰਿਆ। ਸਮੇਂ ਦੀ ਹੱਦਬੰਦੀ ਕੋਈ ਨਹੀਂ ਕ੍ਰੋਸ ਕਰ ਸਕਦਾ। ਪਰ ਜਿਹੜੇ ਰੱਬ ਦੇ ਪਿਆਰੇ ਨੇ ਉਹਨਾਂ ਦਾ ਕਾਲ ਮੈਨੇ ਜਨਮ ਮਰਨ ਕਾਲੇ ਖਤਮ ਕਰ ਦਿੰਦਾ ਵਾਹਿਗੁਰੂ ਪਰਮੇਸ਼ਰ। ਉਹਨਾਂ ਨੂੰ ਜੰਮਣ ਮਰਨ ਤੋਂ ਰਹਿਤ ਕਰ ਦਿੰਦਾ ਹੈ, ਮੁਕਤ ਕਰ ਦਿੰਦਾ ਹੈ। ਐਸੇ ਵਾਹਿਗੁਰੂ ਜੀ ਦੇ ਤਾਈ ਸੱਚੇ ਪਾਤਸ਼ਾਹ ਕਹਿੰਦੇ ਨਮਸਕਾਰ ਹੈ। ਨਮੋ ਸਰਬ ਪਾਲੇ। ਜਿਹੜਾ ਵਾਹਿਗੁਰੂ ਪਰਮੇਸ਼ਰ ਸਾਰਿਆਂ ਦੀ ਪਾਲਣਾ ਕਰਨ ਵਾਲਾ ਹੈ, ਕਿ ਰੋਜ਼ੀ ਦੇਹਿੰਦ ਹੈ, ਹਰੇਕ ਨੂੰ ਰੋਟੀ ਦੇਣ ਵਾਲਾ ਹੈ। ਧੰਨ ਗੁਰੂ ਰਾਮਦਾਸ ਸਾਹਿਬ ਕਹਿੰਦੇ ਨੇ ਨਾ ਕਰ ਚਿੰਤ, ਚਿੰਤਾ ਹੈ ਕਰਤੇ। ਜਿਹੜਾ ਵਾਹਿਗੁਰੂ ਪਰਮੇਸ਼ਰ ਸਾਰਿਆਂ ਨੂੰ ਪਾਲਣ ਵਾਲਾ ਹੈ, ਪੋਖਤ ਹੈ, ਜਲ ਮੈਂ ਥਲ ਮੈਂ ਪਲ ਮੈਂ ਕਲ ਕੇ ਨਹੀਂ ਕਰਮ ਵਿਚਾਰੇ। ਦੀਨ ਦਿਆਲ, ਦੀਨ ਦਇਆਲ, ਦਇਆ ਨਿਧ ਦੋਖਨ ਦੇਖਤ ਹੈ, ਪਰ ਦੇਤ ਨਹਾਰੇ। ਐਸਾ ਵਾਹਿਗੁਰੂ ਪਰਮੇਸ਼ਰ ਜਿਹੜਾ ਸਾਰਿਆਂ ਨੂੰ ਪਾਲਣ ਵਾਲਾ ਹੈ, ਉਹਦੇ ਤਾਈਂ ਨਮਸਕਾਰ ਹੈ। ਜਿਹੜਾ ਹਰੇਕ ਦੀ ਪਾਲਣਾ ਕਰਦਾ ਹੈ। ਨਮੋ ਸਰਬ ਗਾਉਣੇ। ਨਮੋ ਸਰਬ ਗਾਉਣੇ, ਜਿਹੜਾ ਸਰਬ ਸਾਰਿਆਂ 'ਚ ਗਾਉਣੇ ਗਮਨ ਕਰਦਾ, ਸਾਰਿਆਂ 'ਚ ਬੈਠਾ ਹੈ, ਹਰ ਸਰੀਰ 'ਚ ਬੈਠਾ ਹੈ। ਜਿਵੇਂ ਸਤਿਗੁਰੂ ਜੀ ਕਹਿੰਦੇ ਨਾ ਏਕ ਅਨੇਕ,
ਵਿਆਪਕ ਪੂਰਕ ਜਤ ਦੇਖੋ ਤਤ ਸੋਈ, ਮਾਇਆ ਚਿੱਤਰ ਵਿਚਿੱਤਰ ਵਿਮੋਹਤ ਬਿਰਲਾ ਬੂਝੈ ਕੋਈ। ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਸੂਤ ਏਕ ਮਨ ਸਤ ਸਹੰਸ ਜੈਸੇ, ਓਤ ਪੋਤ ਪ੍ਰਭ ਸੋਈ। ਜਿਹੜਾ ਹਰੇਕ ਦੇ ਵਿੱਚ ਬੈਠਾ ਹੈ। ਗਾਉਣੇ ਦੇ ਹੋਰ ਵੀ ਅਰਥ ਹੁੰਦੇ, ਜਿਵੇਂ ਗਾਵਣਾ, ਗਾਵਨ ਤੁਧਨੂੰ ਈਸ਼ਰ ਬ੍ਰਹਮਾ ਦੇਵੀ ਸੋਨ, ਇਹ ਸਦਾ ਸਵਾਰੇ। ਤੈਨੂੰ ਸਾਰੇ ਹੀ ਗਾਉਂਦੇ ਨੇ, ਸਾਰੇ ਹੀ ਮੰਨਦੇ ਨੇ, ਸਾਰੇ ਤੇਰਾ ਨਾਮ ਜਪਦੇ ਨੇ। ਐਸੇ ਵਾਹਿਗੁਰੂ ਤਾਈ ਨਮਸਕਾਰ। ਜਾਂ ਫਿਰ ਗਾਉਣੇ ਮੈਨੇ ਗਮਨ ਕਰਨ ਵਾਲਾ, ਜਿਹੜਾ ਸਾਰੇ ਸਰੀਰਾਂ 'ਚ ਗਮਨ ਕਰ ਰਿਹਾ, ਸਾਰੇ ਸਰੀਰਾਂ 'ਚ ਬੈਠਾ ਹੋਇਆ ਹੈ, ਸਾਰੇ ਸਰੀਰਾਂ ਦੇ ਵਿੱਚ ਕਿਰਿਆ ਕਰਾਉਂਦਾ ਹੈ, ਸਭ ਕੁਝ ਕਰਦਾ ਹੈ, ਫਿਰ ਨਿਰਲੇਪ ਰਹਿੰਦਾ ਹੈ। ਐਸੇ ਵਾਹਿਗੁਰੂ ਤਾਈ ਨਮਸਕਾਰ ਹੈ। ਮਹਾਰਾਜ ਸੱਚੇ ਪਾਤਸ਼ਾਹ ਬੜੇ ਪ੍ਰੇਮ ਦੇ ਨਾਲ ਫਰਮਾਉਂਦੇ ਹਨ, ਨਮੋ ਸਰਬ ਭਾਉਣੇ। ਸਰਬ ਸਾਰੇ ਹੀ ਭਾਉਣੇ, ਭਵਨਾਂ 'ਚ, ਭੁਵਨਾਂ 'ਚ। ਸਾਤੋ ਪਾਤਾਰ ਸਾਤੋ ਆਕਾਸ, ਬਿਥਰਿਓ ਅਦ੍ਰਿਸ਼ਟ ਜਿਹ ਕਰਮਜਾਰ, ਉਸਤਤ ਸੰਪੂਰਣੰ। ਅਗਲੀਆਂ ਦੋ ਪੰਕਤੀਆਂ ਕਈ ਕਹਿੰਦੇ ਮਹਾਰਾਜ ਦੀਆਂ, ਕਈ ਕਹਿੰਦੇ ਕਿਸੇ ਨੇ ਬਾਅਦ 'ਚ ਬਣਾਈਆਂ। ਤਾਂ ਜਿਹੜਾ 14 ਤਬਕਾਂ ਦੇ ਵਿੱਚ ਬੈਠਾ ਹੈ, ਹਰ ਲੋਕ ਦੇ ਵਿੱਚ ਜਿਹਦੀ ਗਮਤਾ ਹੈ, ਬੈਠਾ ਹੈ, ਭਵਨਾਂ ਦਾ ਮਾਲਕ ਹੈ, ਹਰ ਥਾਂ ਤੇ ਹਾਜ਼ਰ ਨਾਜ਼ਰ ਹੈ। ਐਸੇ ਵਾਹਿਗੁਰੂ ਤਾਈ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨਮੋ ਨਮਸਕਾਰ ਹੈ। ਅਨੰਗੀ ਅਨਾਥੇ। ਅਨੰਗੀ ਅਨਾਥੇ ਨਰਸੰਗੀ ਪਰਮਾਥੇ। ਅਨੰਗੀ ਅਨਾਥੇ, ਅਨ ਅੰਗੀ, ਅੰਗ ਨਹੀਂ, ਸਰੀਰ ਨਹੀਂ, ਸਾਡੇ ਵਾਂਗ ਹੱਥ ਪੈਰ ਬਾਹਾਂ ਨਹੀਂ, ਜੋਤ ਸਰੂਪ ਹੈ, ਪ੍ਰਕਾਸ਼ ਸਰੂਪ ਹੈ। ਇੱਥੇ ਨਿਰਗੁਣ ਸਰੂਪ ਦੀ ਗੱਲ ਚੱਲਦੀ ਪਈ, ਸਰਗੁਣ ਦੀ ਨਹੀਂ, ਸਰੀਰ ਧਾਰੀ ਦੀ ਨਹੀਂ, ਜੋਤ ਸਰੂਪ ਦੀ, ਜਿਹੜਾ ਹਮੇਸ਼ਾ ਰਹਿਣ ਵਾਲਾ ਹੈ। ਤਾਂ ਅੰਗਾਂ ਤੋਂ ਰਹਿਤ। ਅਨਾਥੇ, ਨਾਥ ਦਾ ਅਰਥ ਹੁੰਦਾ ਹੈ ਸੁਆਮੀ, ਮਾਲਕ, ਸਹੁ, ਖਸਮ। ਵਾਹਿਗੁਰੂ ਦਾ ਮਾਲਕ ਕੌਣ ਆ ਗਿਆ? ਸਗੋਂ ਵਾਹਿਗੁਰੂ ਸਾਰਿਆਂ ਦਾ ਮਾਲਕ ਹੈ। ਇਸ ਕਰਕੇ ਨਾਥ ਮਾਲਕ ਤੋਂ ਰਹਿਤ ਹੈ। ਮਹਾਰਾਜ ਕਹਿੰਦੇ ਆਪ ਨਾਥੀ, ਆਪ ਨਾਥ ਨਾਥੀ ਸਭ ਜਾ ਕੀ, ਰਿੱਧ ਸਿੱਧ ਅਵਰਾ ਸਾਧ। ਤਾਂ ਉਹਦਾ ਕੋਈ ਮਾਲਕ ਨਹੀਂ, ਉਹਦਾ ਕੋਈ ਖਸਮ ਨਹੀਂ, ਉਹਦਾ ਕੋਈ ਨਾਥ ਨਹੀਂ। ਉਹ ਸਗੋਂ ਸਾਰੇ ਸੰਸਾਰ ਦਾ ਕੀ ਹੈ? ਮਾਲਕ ਹੈ। ਆ ਗੋਡ ਸ਼ਬਦ ਜਿਹੜਾ ਹੈ, ਇਹਦੇ ਜੇ ਅਰਥ ਕਰਨ ਲੱਗੀਏ, GOD, ਗੋਡ। ਜੀ ਦਾ ਮਤਲਬ ਕੀ ਹੈ? ਜਨਰੇਟਰ। O ਦਾ ਮਤਲਬ ਕੀ ਹੋਇਆ? ਓਪਰੇਟਰ। ਤੇ D ਦਾ ਮਤਲਬ ਕੀ ਹੋਇਆ? ਡਿਸਟਰੋਇਰ। ਪੈਦਾ ਕਰਨ ਵਾਲਾ, ਪਾਲਣ ਵਾਲਾ। ਤੇ ਫਿਰ ਜੇ ਰਾਵਣ ਵਾਂਗੂ ਬਹੁਤਾ ਆੜੇ ਤੇ ਖਤਮ ਕਰਨ ਵਾਲਾ। ਜਾਣਾ ਤੇ ਪੈਣਾ ਹੀ ਆ, ਸਿੱਧਾ ਹੋ ਕੇ ਤੁਰ, ਨਹੀਂ ਤੇ ਲੈ ਤੇ ਜਾਣਾ ਹੀ ਆ ਅਗਲਿਆਂ ਨੇ। ਤਿੰਨ ਚੀਜ਼ਾਂ ਵਰਤਦੀਆਂ ਨੇ, ਜਿਹੜੀਆਂ ਤਿੰਨ ਤਾਕਤਾਂ ਸਮਝ ਚ ਆਉਂਦੀਆਂ ਨੇ, ਪੈਦਾ ਕਰਨ ਵਾਲਾ, ਪਾਲਣ ਵਾਲਾ ਤੇ ਖਤਮ ਕਰਨ ਵਾਲਾ। ਤੇ ਮਹਾਰਾਜ ਨੇ ਆਖਿਆ ਇੱਕ ਵਿੱਚ ਹੀ ਤਿੰਨ ਨੇ, ਇੱਕ ਚ ਹੀ। ਏਕਾ ਮਾਈ ਜੁਗਤ ਆਈ, ਤਿੰਨ ਚੇਲੇ ਪ੍ਰਵਾਨ, ਇੱਕ ਸੰਸਾਰੀ, ਇੱਕ ਭੰਡਾਰੀ, ਇੱਕ ਲਾਏ ਦੀ ਬਾਣ। ਹੁਣ ਕਿਸਾਨਾਂ ਦਾ ਮੋਰਚਾ ਚੱਲਦਾ ਪਿਆ ਹੈ ਤੇ ਬੜੀ ਵੱਡੀ ਜੱਦੋ ਜਹਿਦ ਚੱਲਦੀ ਪਈ ਹੈ। ਹੋ ਸਕਦਾ ਹੈ ਵੀ ਸਰਕਾਰ ਮੰਨ ਜਾਵੇ, ਹੋ ਸਕਦਾ ਹੈ ਸ਼ੈਤਾਨੀ ਕਰਨ, ਹੋ ਸਕਦਾ 84 ਵਾਲਾ ਮਾਹੌਲ ਬਣਾ ਦੇਣ ਜਦੋਂ ਪਹਿਲਾਂ ਬਣਿਆ ਸੀ। ਤਾਂ ਜਿਹੜਾ ਸਮਾਂ ਉਹ ਆਪਣੇ ਆਪ ਨੂੰ ਰਿਪੀਟ ਕਰਦਾ ਹੈ। ਤੇ ਹੁਣ ਜਿਹੜੇ ਬੰਦੇ ਨਿਆਂ ਨਹੀਂ ਨਾ ਕਰਦੇ, ਬੇਇਨਸਾਫੀ ਕਰਦੇ, ਧੱਕਾ ਕਰਦੇ, ਫਿਰ ਲੋਕਾਂ ਦੇ ਮਨ 'ਚ ਨਫ਼ਰਤ ਪੈਂਦੀ ਹੈ। ਹੁਣ ਮੋਦੀ ਨਾਂ ਤੋਂ ਐਡੀ ਨਫ਼ਰਤ ਹੋ ਗਈ ਆ। ਇੱਕ ਸੰਸਾਰੀ, ਇੱਕ ਭੰਡਾਰੀ। ਭੰਡਾਰੀ ਦਾ ਅਰਥ ਕੀ ਹੋਇਆ? ਮੋਦੀ ਕਰਦੇ ਮੇਰੇ ਖਿਆਲ ਨਾਲ ਭਗਵਾਨ ਵਿਸ਼ਨੂੰ ਜੀ ਦਾ। ਮੈਨੇ ਦਾਤਾਂ ਦੇਣ ਵਾਲਾ।
ਹੁਣ ਜਿਹੜੇ ਵਿਚਾਰੇ ਨੂੰ ਨਹੀਂ ਪਤਾ ਉਹ ਕਹਿੰਦਾ ਬੱਲੇ ਬੱਲੇ ਬਈ ਅਸੀਂ ਤੇ ਸੁੱਤੇ ਰਹਿ ਗਏ, RSS ਇੰਡਾ ਧੱਕਾ ਕਰ ਗਈ, ਗੁਰੂ ਗ੍ਰੰਥ ਸਾਹਿਬ ਦੇ ਟੀਕਿਆਂ 'ਚ ਮੋਦੀ ਸ਼ਬਦ ਲਿਖਤਾ। ਕਿੱਡੇ ਸਿਆਣੇ ਹੈ, ਏਡੇ ਵਿਦਵਾਨ ਲੱਭੇ ਕਿਤੇ। ਉਹ ਮੋਦੀ ਭਗਵਾਨ ਵਿਸ਼ਨੂੰ ਜੀ ਦਾ ਅਰਥ ਆ ਜਾਂਦਾ। ਹੁਣ ਕਈ ਭੋਲੇ ਸਿੱਖਾਂ ਨੂੰ ਪਤਾ ਨਹੀਂ, ਭਰਾਵਾਂ ਨੂੰ ਪਤਾ ਨਹੀਂ ਵੀ ਇਹ ਉਹ ਮੋਦੀ ਨਹੀਂ ਹੈ ਜਿਹਨੂੰ ਤੁਸੀਂ ਪ੍ਰਧਾਨ ਮੰਤਰੀ ਮੋਦੀ ਸਮਝਦੇ ਆ। ਤੇ ਦਾਸ ਬਾਬਾ ਜੀ ਵੀ ਬੈਠੇ ਸੀ, ਸ਼੍ਰੀਮਾਨ ਸੰਤ ਗਿਆਨੀ ਹਰਨਾਮ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ, ਸਵਾਮੀ ਜੀ ਸਵਾਮੀ ਦਇਆ ਚੇਤਨ ਜੀ, ਸਵਾਮੀ ਦਇਆਨੰਦ ਸਰਸਵਤੀ ਜੀ। ਉਹਨਾਂ ਨੂੰ ਪੁੱਛਿਆ ਜੀ ਇਹ ਮੋਦੀ ਕਿਹਨੂੰ ਕਹਿੰਦੇ ਆ ਬਾਬਾ ਜੀ? ਕਹਿੰਦੇ ਜੀ ਗੁਜਰਾਤੀ ਤੇ ਮੋਦੀ ਕਹਿੰਦੇ ਤੇਲੀ ਨੂੰ, ਤੇ ਤੇਲੀ ਨੂੰ ਸ਼ੂਦਰ ਮੰਨਿਆ ਬ੍ਰਾਹਮਣਾਂ ਨੇ। ਇਸੇ ਕਰਕੇ ਥੋੜੀ ਬਹੁਤੀ ਕੁਰਸੀ ਦਾ ਫਰਕ ਰੱਖਦੇ ਆ। ਜਿਹੜੇ ਵੱਡੇ ਸੰਨਿਆਸੀ ਸੰਤਾਂ ਦਾ ਉਹ ਨਹੀਂ ਲਾਗੇ ਲੱਗਣ ਦਿੰਦੇ, ਉਹ ਥੋੜਾ ਜਿਹਾ ਪਾਸੇ ਰੱਖਦੇ ਕੰਮ, ਉਹ ਆਪਦਾ ਛੱਡਦੇ ਨਹੀਂ ਸੁਭਾਅ। ਹੁਣ ਗੁਜਰਾਤੀ 'ਚ ਮੋਦੀ ਨੂੰ ਕੀ ਕਹਿੰਦੇ? ਤੇਲੀ, ਤੇਲ ਵਾਲਾ, ਤੇਲ ਦਾ ਕੰਮ ਕਰਨ ਵਾਲਾ ਜਿਹੜਾ ਭਾਈਚਾਰਾ ਸੀ, ਜਿਵੇਂ ਕੱਪੜੇ ਦੇ ਕੰਮ ਕਰਨ ਵਾਲਾ ਜਲਾਇਆ ਹੋ ਗਿਆ, ਜਿਵੇਂ ਤੇਲੀ। ਤੇ ਸਾਡੇ ਭਰਾਵਾਂ ਨੇ ਉਹਨੂੰ ਚੁੱਕ ਕੇ ਜਪਜੀ ਸਾਹਿਬ 'ਚ ਲੈ ਆਂਦਾ। ਇਹ ਸਮਝਦੇ ਵੀ ਜਿਹੜਾ ਜਪਜੀ ਸਾਹਿਬ 'ਚ ਭੰਡਾਰੀ ਆਉਂਦਾ ਸ਼ਾਇਦ ਇਹੀ ਮੋਦੀ ਹੈ। ਤੇ ਜਿਹੜਾ ਫਿਰ ਮਹਾਰਾਜ ਨੇ, ਜੇ ਇਹ ਮੋਦੀ ਆ ਤੇ ਜਿਹੜਾ ਸੁਲਤਾਨਪੁਰ ਸਾਹਿਬ ਮੋਦੀ ਖਾਨਾ ਸੀ ਉਹ ਮੋਦੀ ਫਿਰ ਕਿੱਥੋਂ ਆ ਗਿਆ? ਤਾਂ ਸ਼ਬਦ ਹੋ ਸਕਦੇ ਆ, ਸ਼ਬਦਾਂ ਦੇ ਅਰਥ ਵੱਖਰੇ ਵੱਖਰੇ ਹੁੰਦੇ ਆ, ਪਰ ਇਦਾਂ ਦੀ ਗਲਤ ਨਹੀਂ ਆ ਵੀ ਗੁਰਬਾਣੀ ਦੇ ਅਰਥ ਗਲਤ ਕਰ ਦਿੱਤੇ ਗਏ ਨੇ। ਚਲੋ ਇਸ ਪਾਸੇ ਨਾ ਜਾਈਏ, ਵਿਚਾਰ ਚੱਲਦੀ ਪਈ ਸੀ। ਅਨੰਗੀ ਅਨਾਥੇ, ਉਹਦਾ ਕੋਈ ਮਾਲਕ ਨਹੀਂ ਹੈ, ਖਸਮ ਨਹੀਂ ਹੈ, ਉਹ ਸਭਨਾਂ ਦਾ ਮਾਲਕ ਹੈ, ਸਭਨਾਂ ਦੀ ਪਾਲਣਾ ਕਰਨ ਵਾਲਾ ਹੈ, ਸਭਨਾਂ ਦੀ ਸਾਰ ਲੈਣ ਵਾਲਾ ਹੈ। ਤੇ ਤਿੰਨ ਸ਼ਕਤੀਆਂ ਜਿਹੜੀਆਂ ਨੇ ਉਹ ਦੇਖਣ ਚ ਆਉਂਦੀਆਂ ਵਾ ਵੀ ਪੈਦਾ ਹੋਇਆ ਵਾ, ਪਲਦਾ ਪਿਆ ਵਾ, ਜ਼ਿੰਦਗੀ ਬਤੀਤ ਕਰਦਾ ਪਿਆ ਤੇ ਫਿਰ ਮਰ ਜਾਂਦਾ ਵਾ। ਇਹ ਤਿੰਨ ਚੀਜ਼ਾਂ ਦੇਖਣ ਚ ਆ ਰਹੀਆਂ ਸੰਸਾਰ ਦੇ। ਇੱਕ ਤਾਂ ਜਨਮ ਦੇਖਦਾ ਹੈ, ਇੱਕ ਉਹਦਾ ਜੀਵਨ ਦੇਖਦਾ, ਇੱਕ ਉਹਦੀ ਮੌਤ। ਮੈਨੇ ਜਦੋਂ ਚੜ੍ਹਾਈ ਕਰਦਾ ਹੈ ਕਿ ਖਤਮ ਹੋ ਗਿਆ। ਤੇ ਗੌੜ ਸ਼ਬਦ ਦੇ ਵੀ ਇਹ ਤਿੰਨ ਅਰਥ ਹੀ ਹੁੰਦੇ। ਤੇ ਸਤਿਗੁਰੂ ਬਾਣੀ 'ਚ ਕਹਿੰਦੇ ਏਕਾ ਮਾਈ ਜੁਗਤ ਵਿਆਈ, ਇੱਕ ਹੀ ਹੈ। ਉਹਦੇ ਅੱਗੇ ਬਰਕਤ ਜਿਹੜੀ ਹੈ ਉਹ ਵਰਤਦੀ ਪਈ ਹੈ। ਤੇ ਵਾਹਿਗੁਰੂ ਪਰਮੇਸ਼ਰ ਕਿੱਦਾਂ ਦਾ ਹੈ? ਅਨੰਗੀ ਅਨਾਥੇ। ਤੇ ਅੱਗੇ ਫਰਮਾਉਂਦੇ ਹਨ ਨਿਰਸੰਗੀ ਪਰਮਾਥੇ। ਨਿਰਸੰਗੀ, ਨਿਰ ਰਹਿਤ ਹੈ, ਸੰਗੀ ਮੈਨੇ ਸੰਗ ਤੋਂ, ਸੰਗ ਮੈਨੇ ਸੰਬੰਧ, ਜੋੜ, ਮੋਹ। ਜਿਵੇਂ ਆਪਾਂ ਸੰਬੰਧ ਦੁਨੀਆ 'ਚ ਬਣਦੇ ਨਾ ਜੀ, ਇਹ ਪਿਤਾ ਹੈ, ਇਹ ਪੁੱਤਰ ਹੈ, ਇਹ ਪਤੀ ਹੈ, ਇਹ ਪਤਨੀ ਹੈ, ਇਹ ਭੈਣ ਭਰਾ ਹੈ, ਸੰਬੰਧ। ਵਾਹਿਗੁਰੂ ਇਹਨਾਂ ਸੰਬੰਧਾਂ ਤੋਂ ਰਹਿਤ ਹੈ। ਨਾ ਤਾਤ ਹੈ, ਨਾ ਮਾਤ ਹੈ, ਨਾ ਜਾਤ ਹੈ, ਨਾ ਪਾਤ ਹੈ। ਨਿਰਸੰਗੀ। ਤੇ ਵਾਹਿਗੁਰੂ ਦੇ ਦੂਸਰੇ ਬੰਨੇ ਗੁਰਬਾਣੀ ਕੀ ਕਹਿੰਦੀ ਹੈ? ਪਾਰ ਬ੍ਰਹਮ ਕੇ ਸੰਗੀ ਸਾਧ। ਸਿਰਫ ਭਾਵਨਾ ਦਾ ਰਿਸ਼ਤਾ, ਭਗਤੀ ਦਾ ਰਿਸ਼ਤਾ। ਜਿਹੜੇ ਭਗਤੀ ਕਰਦੇ ਉਹਨਾਂ ਦਾ ਸਭ ਕੁਝ ਹੈ, ਤੇ ਜਿਨ੍ਹਾਂ ਦੀ ਭਗਤੀ ਕੋਈ ਨਹੀਂ ਉਹਨਾਂ ਦਾ ਉਹ ਨਿਰਸੰਗੀ ਹੈ। ਉਹਨਾਂ ਨਾਲ ਕੋਈ ਸੰਬੰਧ ਨਹੀਂ, ਕੋਈ ਲੈਣਾ ਦੇਣਾ ਨਹੀਂ। ਨਿਰਗੁਣ ਸਰੂਪ 'ਚ ਨਿਰਸੰਗੀ ਹੈ, ਤੇ ਸਰਗੁਣ 'ਚ ਵੀ ਨਿਰਸੰਗੀ ਹੈ। ਸਿਰਫ ਭਾਵਨਾ ਨਾਲ ਉਹਨਾਂ ਦੇ ਕੰਮ ਕਰਦਾ ਹੈ। ਮੋਹ ਤੋਂ ਰਹਿਤ ਹੈ, ਸੰਬੰਧ ਤੋਂ ਰਹਿਤ ਹੈ। ਜਿਵੇਂ ਕਿਸੇ ਸੱਜਣ ਨੇ ਬੜਾ ਸੋਹਣਾ ਆਖਿਆ ਸੀ ਨਾ ਵੀ ਹੰਕਾਰ ਕਿੱਦਾਂ ਮਿਟਦਾ ਹੈ? ਹੰਕਾਰ ਤਾਂ ਬਹੁਤ ਔਖਾ ਮਿਟਦਾ ਹੈ। ਹੰਕਾਰ ਤਾਂ ਮਹਾਰਾਜ ਕਹਿੰਦੇ ਨੇ ਇਸ ਯੁੱਗ ਮੈਂ ਕੋ ਵਿਰਲਾ ਬ੍ਰਹਮ ਗਿਆਨੀ ਜੇ ਹਉਮੈ ਮੇੜ ਸਮਾਏ। ਮਹਾਰਾਜ ਕਹਿੰਦੇ ਬ੍ਰਹਮ ਗਿਆਨੀ ਉਹ ਕੋਈ ਵਿਰਲਾ ਹੀ ਹੋਊਗਾ ਜਿਹਦੀ ਹਉਮੈ ਖਤਮ ਹੋ ਗਈ।
ਇੱਕ ਹੁੰਦਾ ਸੰਗ ਮੈਨੇ ਸੰਬੰਧ। ਮੰਨ ਲਓ ਇੱਕ ਗੁਰੂ ਆ, ਇੱਕ ਸਿੱਖ ਆ, ਇਹ ਦੋ ਜਾਣੇ ਹੋ ਗਏ। ਤੀਜਾ ਇਹਨਾਂ ਦਾ ਕੀ, ਇੱਕ ਸੰਬੰਧ ਆ ਗੁਰੂ ਤੇ ਸਿੱਖ ਦਾ। ਉਹ ਸੰਬੰਧ ਸਮੱਸਿਆ ਸਭ ਤੋਂ ਵੱਡੀ। ਜਿਵੇਂ ਇੱਕ ਪਤੀ ਆ, ਇੱਕ ਪਤਨੀ ਆ, ਦੋ ਜਾਣੇ ਹੋ ਗਏ। ਤੀਸਰਾ ਉਹਨਾਂ ਦਾ ਕੀ, ਸੰਬੰਧ ਮੋਹ, ਉਹ ਸਮੱਸਿਆ ਹੈ। ਤਾਂ ਸਭ ਤੋਂ ਵੱਡੀ ਸਮੱਸਿਆ ਕੀ ਹੈ? ਜਿਵੇਂ ਵਿਦਵਾਨ ਸਾਧੂ ਲੋਕ ਕਹਿੰਦੇ ਵੀ ਜਿਹੜਾ ਸਰੀਰ ਨੂੰ ਮੈਂ ਮੰਨਣਾ, ਵੀ ਮੈਂ ਸਰੀਰ ਆ, ਇਹ ਸਭ ਤੋਂ ਵੱਡੀ ਭੁੱਲ ਹੈ ਬੰਦੇ ਦੀ। ਤੁਸੀਂ ਹੈਰਾਨ ਹੋਵੋਗੇ, ਜਿਹੜੀ ਚੀਜ਼ ਮਿਲਦੀ ਹੁੰਦੀ ਆ ਨਾ, ਉਹ ਆਪਣੀ ਨਹੀਂ ਹੁੰਦੀ। ਇਹ ਸਰੀਰ ਮਿਲਿਆ ਵਾ, ਤੁਸੀਂ ਨਾਲ ਨਹੀਂ ਸੀ ਲੈ ਕੇ ਆਏ, ਕੋਈ ਵੀ ਨਹੀਂ ਸੀ ਨਾਲ ਲੈ ਕੇ ਆਏ, ਇਹ ਮਿਲਿਆ ਵਾ। ਤੇ ਜਿਹੜੀ ਚੀਜ਼ ਮਿਲੀ ਹੋਵੇ ਨਾ ਰਾਹ 'ਚ, ਉਹ ਆਪਣੀ ਨਹੀਂ ਹੁੰਦੀ, ਉਹ ਇੱਥੇ ਹੀ ਛੱਡਣੀ ਪੈਣੀ ਹੈ। ਇਹ ਮਿਲਿਆ ਵਾ, ਇਸ ਕਰਕੇ ਇਹਨੂੰ ਛੱਡਣਾ ਪੈਣਾ ਹੈ। ਸਭ ਤੋਂ ਵੱਡੀ ਭੁੱਲ ਕੀ ਆ? ਸੰਗ, ਸੰਬੰਧ, ਮੋਹ, ਸੰਸਰਗ। ਪਰ ਪ੍ਰਮਾਤਮਾ ਕੀ ਆ? ਨਿਰਸੰਗੀ। ਜਿਹੜਾ ਐਸੇ ਮੋਹ ਤੋਂ, ਸੰਸਰਗ ਤੋਂ ਨਿਰਲੇਪ ਰਹਿੰਦਾ ਹੈ। ਜਾਂ ਇੱਕ ਸੌਖਾ ਜਿਹਾ ਤਰੀਕਾ ਸੰਤ ਦੱਸਦੇ ਨੇ, ਜਿਵੇਂ ਸਾਹਮਣੇ ਖੰਭਾ ਲੱਗਾ, ਖੰਭੇ ਨੂੰ ਬੰਦਾ ਜਾਣਦਾ ਹੈ। ਜਿਹੜੀ ਚੀਜ਼ ਨੂੰ ਬੰਦਾ ਜਾਣਦਾ ਉਹ ਤੋਂ ਵੱਖਰੀ ਹੁੰਦੀ ਹੈ। ਇਸੇ ਤਰ੍ਹਾਂ ਕੱਪੜਾ ਵਾ, ਕੱਪੜੇ ਨੂੰ ਬੰਦਾ ਜਾਣਦਾ, ਕੱਪੜਾ ਬੰਦੇ ਤੋਂ ਵੱਖਰਾ ਹੈ। ਇਸੇ ਤਰ੍ਹਾਂ ਜਦੋਂ ਬੁਖਾਰ ਚੜ੍ਹਦਾ ਵਾ ਜਾਂ ਕੋਈ ਸੱਟ ਲੱਗਦੀ ਆ, ਤੇ ਆਪਾਂ ਕਹਿੰਦੇ ਆ ਵੀ ਮੇਰੇ ਸਰੀਰ ਤੇ, ਡਾਕਟਰ ਕਹਿੰਦਾ ਕਿੱਥੇ ਸੱਟ ਲੱਗੀ ਜੀ? ਆ ਬਾਂਹ ਤੇ ਲੱਗੀ, ਮੇਰੇ ਸਰੀਰ ਤੇ। ਇਹਦਾ ਮਤਲਬ ਸਰੀਰ ਨੂੰ ਬੰਦਾ ਜਾਣਦਾ, ਸਰੀਰ ਤੋਂ ਵੱਖਰਾ ਹੈ। ਜਾਂ ਵੱਡੇ ਮਹਾਂਪੁਰਖ ਇੱਕ ਉਦਾਹਰਣ ਦਿੰਦੇ ਹੁੰਦੇ ਸੀ ਵੀ ਜਿਵੇਂ ਮਕਾਨ, ਜਾਂ ਜਿਵੇਂ ਨਾਰੀਅਲ, ਨਾਰੀਅਲ ਵਿੱਚ ਨਾਰੀਅਲ ਦੀ ਗਿਰੀ ਉਹ ਤੋਂ ਵੱਖਰੀ ਹੁੰਦੀ ਆ, ਪਰ ਬਾਹਰੋਂ ਨਹੀਂ ਦੇਖਣ ਨੂੰ ਲੱਗਦੀ। ਪਰ ਜਦੋਂ ਟੁੱਟਦਾ ਹੈ ਤੇ ਉਦੋਂ ਗਿਰੀ ਵੱਖਰੀ ਕੱਢੀ ਦੀ ਹੈ, ਛਿਲਕੇ ਨਾਲੋਂ ਵੱਖਰੀ, ਉਹਦੀ ਖੋਲ ਨਾਲੋਂ ਵੱਖਰੀ। ਇਸੇ ਤਰ੍ਹਾਂ ਇਸ ਸਰੀਰ ਦੇ ਵਿੱਚ ਜਿਹੜਾ ਬੰਦਾ ਬੈਠਾ ਹੈ ਨਾ, ਰੂਹ ਬੈਠੀ, ਆਤਮਾ ਬੈਠੀ, ਉਹ ਸਰੀਰ ਤੋਂ ਵੱਖਰੀ ਹੈ। ਜਾਂ ਜਾਣਨਾ, ਜਾਂ ਮੇਰਾ, ਜਿਹੜੀ ਚੀਜ਼ ਨਾਲ ਵੀ ਮੇਰਾ ਲੱਗੇ ਉਹ ਵੱਖਰਾ ਹੁੰਦਾ ਹੈ। ਜਿਵੇਂ ਮੇਰੇ ਕੱਪੜੇ, ਮੇਰਾ ਮਕਾਨ, ਮੇਰੀ ਗੱਡੀ, ਇਹਦਾ ਮਤਲਬ ਗੱਡੀ ਤੋਂ ਵੱਖਰਾ ਹੈ। ਇਸੇ ਤਰ੍ਹਾਂ ਫਿਰ ਉਹਨੂੰ ਸਮਸ਼ਟੀ ਤੋਂ ਵਿਅਸ਼ਟੀ ਵੱਲ ਲੈ ਕੇ ਜਾਈਦਾ, ਫਿਰ ਆਪਣੇ ਵੱਲ। ਮੇਰਾ ਸਰੀਰ, ਇਹਦਾ ਮਤਲਬ ਸਰੀਰ ਤੋਂ ਵੱਖਰਾ ਹੈ। ਮੇਰੀਆਂ ਅੱਖਾਂ, ਮੇਰਾ ਨੱਕ, ਮੇਰਾ ਕੰਨ, ਮੇਰਾ ਸਿਰ ਦੁਖਦਾ, ਇਹਦਾ ਮਤਲਬ ਸਿਰ ਤੋਂ ਵੱਖਰਾ ਹੈ। ਇਹਨੂੰ ਪਤਾ ਲੱਗਣ ਡਿਆ ਵੀ ਦੁਖਦਾ ਪਿਆ। ਜੇ ਆਪ ਹੀ ਇਹ ਸਿਰ ਹੋਵੇ ਤੇ ਪਤਾ ਕਿਹਨੂੰ ਲੱਗੇ? ਫਿਰ ਇਹਦਾ ਮਤਲਬ ਕੋਈ ਚੀਜ਼ ਵੱਖਰੀ ਹੈਗੀ, ਪਰ ਇਹਨੂੰ ਕਹਿੰਦੇ ਨਾ ਖੋਜ ਸ਼ਬਦ ਮੈਂ ਲੈ, ਬਰੀਕੀ ਦੀ ਗੱਲ। ਤੇ ਤੁਸੀਂ ਹੈਰਾਨ ਹੋਵੋਗੇ, ਜਿਵੇਂ ਮਕਾਨ ਦੇ ਵਿੱਚੋਂ ਬੰਦਾ ਬਾਹਰ ਗਿਆ, ਮਕਾਨ ਤੋਂ ਜਦੋਂ, ਚਲੋ ਆਪਾਂ ਪਿਆਰ ਵਾਲੇ ਸਾਰੇ ਬੈਠੇ ਆ, ਜਦੋਂ ਆਪਾਂ ਮਕਾਨ ਤੋਂ ਬਾਹਰ ਜਾਂਦੇ ਆ, ਸਾਰੇ ਮਕਾਨ ਨਾਲ ਹੀ ਲੈ ਜਾਂਦੇ ਫਿਰ, ਕਿ ਮਕਾਨ ਉੱਥੇ ਹੁੰਦਾ ਤੇ ਆਪਾਂ ਬਾਹਰ ਹੁੰਦੇ ਆ। ਇਸੇ ਤਰ੍ਹਾਂ ਜਦੋਂ ਦਫ਼ਤਰ ਤੋਂ ਆਪਾਂ ਘਰੇ ਆਉਨੇ ਆ, ਤੇ ਦਫ਼ਤਰ ਨਾਲ ਹੀ ਚੁੱਕ ਕੇ ਲੈ ਆਉਨੇ, ਕਿ ਦਫ਼ਤਰ ਉੱਥੇ ਰਹਿ ਜਾਂਦਾ ਤੇ ਆਪਾਂ ਘਰੇ ਹੁੰਦੇ ਆ। ਇਹਦਾ ਮਤਲਬ ਵੀ ਜਿਵੇਂ ਮਕਾਨ ਤੇ ਮਕਾਨ ਵਿੱਚ ਰਹਿਣ ਵਾਲਾ ਵੱਖਰਾ ਹੈ, ਇਸੇ ਤਰ੍ਹਾਂ ਜਿਹੜਾ ਮਨੁੱਖ ਆ ਨਾ, ਇਹ ਹੈ ਤਾਂ ਅਸਲ 'ਚ ਨਿਰਸੰਗੀ ਆ। ਇਹ ਸਰੀਰ ਦੇ ਸੰਬੰਧ ਤੋਂ ਰਹਿਤ ਹੈ। ਆਤਮਾ ਜਿਹੜੀ ਸਰੀਰ ਤੋਂ ਵੱਖਰੀ ਹੈ। ਹੋਰ ਵੀ ਬੜੀਆਂ ਦਲੀਲਾਂ ਮਹਾਤਮਾ ਸਮਝਾਉਂਦੇ ਨੇ ਮਨ ਨੂੰ ਸਮਝਾਉਣ ਵਾਸਤੇ, ਵੀ ਜੇ ਤੇ ਇਹ ਸਰੀਰ ਆਪਣਾ ਹੋਵੇ, ਫਿਰ ਸਾਡਾ ਹੁਕਮ ਕਿਉਂ ਨਹੀਂ ਮੰਨਦਾ? ਹੁਣ ਸਾਰੇ ਆਪਾਂ ਯਤਨ ਕਰਦੇ ਆਂ ਵੀ ਇਹ ਬੁੱਢਾ ਨਾ ਹੋਵੇ, ਹੋ ਹੀ ਜਾਂਦਾ ਵਾ ਨਾ। ਹੋਰ ਤਾਂ ਹੋਰ ਛੱਡੋ, ਕਈ ਤੇ ਇਸੇ ਯਤਨ 'ਚ ਲੱਗੇ ਦਾੜੀ ਚਿੱਟੀ ਨਾ ਹੋਵੇ, ਫਿਰ ਬਦੋ ਬਦੀ ਹੋਈ ਜਾਂਦੀ। ਇਹ ਆਖੇ ਤੇ ਲੱਗਦਾ ਹੀ ਨਹੀਂ ਆਪਣੇ। ਜੇ ਤਾਂ ਸਰੀਰ ਸਾਡਾ ਹੋਵੇ, ਫਿਰ ਸਾਡੇ ਆਖੇ ਲੱਗੇ। 100 ਯਤਨ ਕਰਨ ਦੇ ਬਾਵਜੂਦ ਵੀ ਇਹ ਬਿਮਾਰ ਹੁੰਦਾ ਹੈ। ਹੋਰ ਤੇ ਹੋਰ ਛੱਡੋ, ਇੰਨਾ ਜ਼ੋਰ ਲਾਉਣ ਦੇ ਬਾਵਜੂਦ ਵੀ ਇਹਨੇ ਮਰਨਾ ਵਾ। ਇਹਦਾ ਮਤਲਬ ਇਹ ਮੇਰੇ ਹੁਕਮ 'ਚ ਨਹੀਂ ਹੈ, ਇਹ ਕਿਸੇ ਹੋਰ ਦੇ ਹੁਕਮ 'ਚ ਆ। ਐਵੇਂ ਬੰਦਾ ਭੁਲੇਖੇ 'ਚ ਤੁਰਿਆ ਫਿਰੇ ਤੇ ਵੱਖਰੀ ਗੱਲ ਆ। ਹੁਕਮ ਇਹ ਸਰੀਰ ਕਿਸੇ ਹੋਰ ਦੇ ਹੁਕਮ 'ਚ ਆ। ਜੇ ਮੇਰੇ ਹੁਕਮ 'ਚ ਹੁੰਦਾ ਤੇ ਮੈਂ ਇਹਨੂੰ ਜਵਾਨੀ ਤੇ ਰੋਕ ਕੇ ਰੱਖਾਂ, ਵੀ ਬੁਢੇਪਾ ਆਵੇ ਹੀ ਨਾ। ਮਹਾਰਾਜ ਕਹਿੰਦੇ ਨਾ, ਜੇ ਜਰਵਾਣਾ ਪਰ ਹਰੇ
ਜਰ ਵੇਸ ਕਰੇਂਦੀ ਆਈ, ਕੋ ਰਹੇ ਨਾ ਭਰੀਐ ਪਾਈ। ਤਾਂ ਜਿਨ੍ਹਾਂ ਨੇ ਇਸ ਤਰ੍ਹਾਂ ਸਮਝ ਕੇ ਇਸ ਸਰੀਰ ਨਾਲੋਂ ਆਪਣਾ ਮੋਹ ਤੋੜ ਲਿਆ ਵੀ ਇਹ ਵੱਖਰਾ ਤੇ ਆਪਾਂ ਵੱਖਰੇ, ਉਹ ਤਾਂ ਛੁੱਟ ਜਾਂਦੇ ਸੌਖੇ ਹੀ। ਜਿਵੇਂ ਇੱਕ ਸੰਤ ਮਹਾਤਮਾ ਹੋਏ ਨਾ, ਬੜੀ ਪ੍ਰਸਿੱਧ ਉਹਨਾਂ ਦੀ ਸਾਖੀ, ਫਰੀਦੂਦੀਨ ਅਤਾਰ ਸਾਹਿਬ। ਜਿਹੜਾ ਫਰੀਦੂਦੀਨ ਅਤਾਰ ਸੀ, ਇਹਦੀ ਇਤਰ ਦੀ ਦੁਕਾਨ ਸੀ। ਤੇ ਇਤਰ ਅਤਰ ਜਿਹਨੂੰ ਆਪਾਂ ਕਹਿ ਦਿੰਦੇ ਬੜਾ ਮਸ਼ਹੂਰ ਹੈ ਤੇ ਬੜਾ ਮਹਿੰਗਾ ਹੁੰਦਾ ਹੈ, ਤੇ ਬੜੀ ਇਹਦੀ ਖਿੱਚ ਰਹਿੰਦੀ ਹੈ ਸੁਗੰਧੀ ਦੀ ਸਾਰਿਆਂ ਨੂੰ ਹੀ। ਉੱਥੇ ਕੋਈ ਫਕੀਰ ਇਹਨੇ ਦੁਕਾਨ ਪਾਈ ਸੀ ਤੇ ਫਿਰ ਉਹ ਰਖਣੇ ਬਣਾ ਕੇ ਡਿਸਪਲੇ ਕੀਤੇ ਸੀ ਅਤਰ ਲਾ ਲਾ ਕੇ, ਫਲਾਨੀ ਸ਼ੀਸ਼ੀ ਫਲਾਨੀ ਸ਼ੀਸ਼ੀ। ਉੱਥੇ ਕੋਈ ਫਕੀਰ ਆਇਆ ਦੁਕਾਨ ਦੇ ਵਿੱਚ ਤੇ ਉਹਨੇ ਸ਼ੀਸ਼ੀਆਂ ਵੇਖਣੀਆਂ ਸ਼ੁਰੂ ਕੀਤੀਆਂ, ਇੱਕ ਚੁੱਕੇ ਦੂਜੀ ਰੱਖੇ, ਦੂਜੀ ਚੁੱਕੇ ਤੀਜੀ ਫੜੇ ਰੱਖੇ। ਇਹ ਫਰੀਦੂਦੀਨ ਅਤਾਰ ਜਿਹੜਾ ਸੀ ਇਤਰ ਵੇਚਣ ਵਾਲਾ, ਤਾਈਓ ਇਹਨੂੰ ਅਤਾਰ ਕਹਿੰਦੇ ਨਾ, ਹਜ਼ਰਤ ਫਰੀਦੂਦੀਨ ਅਤਾਰ, ਹਜ਼ਰਤ ਕਹਿੰਦੇ ਇਹਨੂੰ। ਤਾਂ ਇਹ ਦੁਕਾਨ ਵਾਲਾ ਜਿਹੜਾ ਮਾਲਕ ਸੀ, ਇਹ ਉਹਨੂੰ ਬਜ਼ੁਰਗ ਨੂੰ, ਫਕੀਰ ਨੂੰ ਦੇਖਣ ਲੱਗ ਪਿਆ ਵੀ ਸ਼ਾਇਦ ਕੋਈ ਚੀਜ਼ ਪਸੰਦ ਕਰਦਾ, ਇਹਨੂੰ ਲੱਭਦੀ ਨਹੀਂ ਪਈ ਜਿਹੜਾ ਅਤਰ ਇਹ ਲੱਭਦਾ ਪਿਆ ਹੈ। ਚਲੋ ਹੁਣ ਇਹਨੇ 5-7 ਮਿੰਟ ਤੇ ਵੇਖਿਆ, ਅਗਲੇ ਦੀ ਦੁਕਾਨ ਸੀ, ਫਰੀਦੂਦੀਨ ਸਾਹਿਬ ਦੀ ਦੁਕਾਨ ਸੀ, ਤੇ ਇਹਨੇ ਜਾ ਕੇ ਆਖਿਆ ਵੀ ਬਾਬਾ ਜੀ ਜਿਹੜਾ ਅਤਰ ਤੁਹਾਨੂੰ ਚਾਹੀਦਾ ਉਹ ਲੱਭਿਆ ਕਿ ਨਹੀਂ? ਵੀ ਬੜੀ ਰੀਝ ਨਾਲ ਦੇਖਦੇ ਪਏ ਆ, ਚੁੱਕ ਚੁੱਕ ਕੇ ਵੇਂਦੇ। ਕਹਿੰਦੇ ਨਹੀਂ, ਮੈਂ ਅਤਰ ਤਾਂ ਨਹੀਂ ਵੇਂਦਾ ਪਿਆ। ਕਹਿੰਦਾ ਫਿਰ ਹੁਣ ਦੁਕਾਨਦਾਰ ਬੰਦਾ ਗਾਹਕ ਹੋਵੇ ਤੇ ਜਰ ਲੈਂਦਾ ਵਾ, ਐਵੇਂ ਟਾਈਮ ਪਾਸ ਕਰਨ ਆਵੇ ਤੇ ਉਹਦੇ ਗਾਲੀ ਪੈਣਾ ਉਹਨੇ। ਉਹ ਕਹਿੰਦਾ ਫਿਰ ਤੁਸੀਂ ਕੀ ਕਰਦੇ ਪਏ? ਕਹਿੰਦਾ ਮੈਂ ਤੇ ਦੇਖਦਾ ਪਿਆ ਵਾਂ ਬਈ ਕਿੰਨਾ ਫਸਿਆ ਤੂੰ ਦੁਨੀਆ 'ਚ, ਤੇਰੀ ਜਾਨ ਕਿੱਦਾਂ ਨਿਕਲੂਗੀ। ਤੁਹਾਡਾ ਭਲਾ ਹੋ ਜੇ ਦੁਕਾਨਦਾਰ ਬੰਦਾ ਹੋਵੇ, ਏਡੀ ਵੱਡੀ ਗੱਲ ਕਹਿ ਦੇ ਕੋਈ ਦੁਕਾਨ ਤੇ ਆਣ ਕੇ। ਇਹਨੂੰ ਚੜ੍ਹ ਗੁੱਸਾ ਗਿਆ। ਉਹ ਫਕੀਰ ਨੇ ਆਖਿਆ ਵੀ ਜਦੋਂ ਫਿਰ ਮਰਨ ਲੱਗਾਂਗੇ ਫਿਰ ਕਦੀ ਆਹ ਸ਼ੀਸ਼ੀ ਚੇਤੇ ਆਊਗੀ ਅਤਰ ਦੀ, ਕਦੀ ਉਹ ਸ਼ੀਸ਼ੀ ਚੇਤੇ ਆਊਗੀ। ਇਦਾਂ ਹੀ ਹੁੰਦਾ ਨਾ, ਕਦੀ ਉਹ ਪਲਾਟ ਚੇਤੇ ਆਊਗਾ ਮੇਰਾ, ਕਦੀ ਉਹ ਬਿਜ਼ਨਸ ਚੇਤੇ ਆਊਗਾ। ਮਹਾਰਾਜ ਨੇ ਸਾਰਾ ਲਿਖਿਆ ਨਾ, ਅੰਤ ਕਾਲ ਜੋ ਲੜਕੀ ਸਿਮਰੇ, ਅੰਤ ਕਾਲ ਜੋ ਮੰਦਰ ਸਿਮਰੇ, ਅੰਤ ਕਾਲ ਜੋ ਲక్ష్ਮੀ ਸਿਮਰੇ, ਸਾਰਾ ਲਿਖਿਆ ਮਹਾਰਾਜ ਨੇ। ਵੀ ਜਾਨ ਤੇ ਬੜੀ ਔਖੀ ਨਿਕਲੂਗੀ। ਇਹਨੂੰ ਚੜਿਆ ਗੁੱਸਾ, ਇਹ ਕੌਣ ਹੋਵੇ ਬੇਇੱਜ਼ਤੀ ਕਰਨ ਵਾਲਾ? ਇਹ ਕਹਿੰਦਾ ਜਿੱਦਾਂ ਤੇਰੀ ਨਿਕਲੂਗੀ ਉਦਾਂ ਹੀ ਸਾਡੀ ਨਿਕਲ ਜੂਗੀ, ਫਰੀਦੂਦੀਨ ਸਾਹਿਬ ਕਹਿੰਦਾ। ਤੇ ਉਹ ਜਿਹੜਾ ਫਕੀਰ ਸੀ ਨਾ, ਉਹ ਕਹਿੰਦਾ ਮਾੜਾ ਜਿਹਾ ਫਿਰ ਆ ਦੁਕਾਨ ਤੋਂ ਬਾਹਰ। ਇਹਨੂੰ ਫਰੀਦੂਦੀਨ ਨੂੰ ਇਹ ਕਾਊਂਟਰ ਤੋਂ ਬਾਹਰ ਆ ਗਿਆ, ਉਹ ਵੀ ਬਾਹਰ ਆ ਗਿਆ ਬਜ਼ੁਰਗ। ਉੱਥੇ ਫਰਸ਼ ਤੇ ਉਹ ਸੜਕ ਜਿੱਦਾਂ ਦੀ ਹੋਊਗੀ ਉਸ ਸਮੇਂ ਦੀ ਗੱਲ ਹੈ, ਉਹ ਲੰਮੇ ਪਿਆ, ਉਹਨੇ ਰੱਬ ਦਾ ਨਾਂ ਲਿਆ ਤੇ ਚੱਲ ਮੇਰੇ ਭਾਈ ਸਰੀਰ ਛੱਡਤਾ। ਹੁਣ ਇਹਨੂੰ ਪਤਾ ਨਹੀਂ ਸੀ ਵੀ ਏਡੀ ਵੱਡੀ ਘਟਨਾ ਹੋ ਜਾਣੀ ਹੈ। ਇਹਦਾ ਇਰਾਦਾ ਐਵੇਂ ਫੜਾ ਮਾਰਦਾ, ਕੋਈ ਬੁੱਢਾ ਹੈਗਾ ਵੇਲਾ ਐਵੇਂ ਦੁਕਾਨ 'ਚ ਆ ਗਿਆ, ਮੰਗਤਾ ਵਾ ਕੋਈ ਭਿਖਾਰੀ। ਹੁਣ ਇਹਨੂੰ ਥੋੜੀ ਪਤਾ ਵੀ ਕੋਈ ਫਕੀਰ ਆਏ। ਉਹਨੇ ਸਰੀਰ ਛੱਡਤਾ, ਇਹਦੇ ਤੇ ਇੰਨਾ ਅਸਰ ਪਿਆ ਇਹਨੂੰ ਪਤਾ ਨਾ ਲੱਗੇ ਵੀ ਹੋ ਕੀ ਗਿਆ ਵਾ। ਉਹਨੇ ਕਿਹਾ ਨਾ ਵੀ ਮੈਂ ਤੇ ਫਿਰ ਇਦਾਂ ਛੱਡੂਗਾ ਜਾਂ ਤੂੰ ਛੱਡ। ਫਿਰ ਇਹਨੇ ਕੀ ਛੱਡਣਾ ਸੀ ਵਿਚਾਰੇ। ਐਸਾ ਅਸਰ ਇਹਦੇ ਮਨ ਤੇ ਪਿਆ। ਫਿਰ ਚਲੋ ਇਹਨੇ ਸਾਰਾ ਅੰਤਮ ਕਿਰਿਆ ਕੀਤੀ ਤੇ ਕਬਰ ਦੇ ਵਿੱਚ ਉਹਨੂੰ ਦੱਬਿਆ। ਪਰ ਜਿਵੇਂ ਜਿਵੇਂ ਉਸ ਫਕੀਰ ਨੂੰ ਇਹਨੇ ਕਬਰ 'ਚ ਦੱਬਿਆ, ਇਹਦੀ ਦੁਨੀਆ ਉੱਥੇ ਹੀ ਕਬਰ 'ਚ ਹੀ ਦੱਬੀ ਗਈ ਤੇ ਫਿਰ ਇਹ ਵੀ ਫਕੀਰ ਹੋਇਆ, ਇਹ ਵੀ ਸਾਧੂ ਹੋਇਆ। ਫਿਰ ਤਾਂ ਜਿਨ੍ਹਾਂ ਨੇ ਤੇ ਆਪਣੇ ਸਰੀਰ ਤੋਂ ਆਪਣੇ ਆਪ ਨੂੰ ਸਮਝਿਆ ਨਿਰਸੰਗੀ, ਉਹਨਾਂ ਉੱਤੇ ਤੇ ਮਾਲਕ ਦੀ ਫਿਰ ਐਸੀ ਕਿਰਪਾ ਹੁੰਦੀ ਹੈ ਕਿ ਉਹ ਭਰਾ ਵਿਸ਼ੇਸ਼ ਕਰਕੇ ਮਾਥੇ ਮੱਥ ਦਿੰਦੇ ਨੇ ਮੋਹ ਨੂੰ। ਭਰਾ ਮਾਥੇ ਵਿਸ਼ੇਸ਼ ਕਰਕੇ ਕਾਮ ਕ੍ਰੋਧ ਨੂੰ, ਸੰਸਰਗ ਨੂੰ, ਸੰਬੰਧ ਨੂੰ ਖਤਮ ਕਰ ਦਿੰਦੇ ਨੇ। ਤਾਂ ਵਾਹਿਗੁਰੂ ਪਰਮੇਸ਼ਰ ਜੀ ਕਿੱਦਾਂ ਦੇ ਹਨ? ਉਹ ਵੀ ਨਿਰਸੰਗੀ ਇਸ ਮੋਹ ਤੋਂ ਰਹਿਤ ਹਨ। ਤੇ ਜਿਹਦਾ ਸਰੀਰ ਦੇ ਨਾਲੋਂ ਮੋਹ ਨਹੀਂ ਟੁੱਟਾ, ਉਹਦੀ ਹਉਮੈ ਨਹੀਂ ਮਰਦੀ ਕਦੀ। ਹਉਮੈ ਉਹਦੀ ਮਰੂਗੀ ਜਿਹੜਾ ਸਰੀਰ ਦੇ ਨਾਲੋਂ, ਜਿਹਦਾ ਦੇਹ ਅਧਿਆਸ ਟੁੱਟ ਗਿਆ। ਤਾਂ ਸੱਚੇ ਪਾਤਸ਼ਾਹ ਕੀ ਕਹਿੰਦੇ ਨੇ? ਨਿਰਸੰਗੀ ਪਰਮਾਥੇ,
ਨਿਰ ਸੰਗੀ ਨਿਰ ਰਹਿਤ ਹੈ ਸੰਗ ਸੰਬੰਧ ਤੋਂ ਪਰਮੇਸ਼ਰ, ਤੇ ਪਰ ਵਿਸ਼ੇਸ਼ ਕਰਕੇ ਮਾਥੇ ਮਥਨ ਵਾਲਾ ਹੈ, ਖਤਮ ਕਰ ਦੇਣ ਵਾਲਾ ਹੈ। ਜਿਹੜੇ ਜਾਂ ਫਿਰ ਜਿਹੜੇ ਦੁਸ਼ਟ ਸੰਤਾਂ ਨੂੰ ਦੁੱਖ ਦਿੰਦੇ ਹਨ ਉਹਨਾਂ ਨੂੰ ਵਿਸ਼ੇਸ਼ ਕਰਕੇ ਮਾਰਦਾ ਹੈ, ਖਤਮ ਕਰ ਦਿੰਦਾ ਹੈ ਉਹਨਾਂ ਨੂੰ। ਨਮੋ ਭਾਨ ਭਾਨੇ। ਹੇ ਵਾਹਿਗੁਰੂ ਜੀ, ਭਾਨ ਕਹਿੰਦੇ ਨੇ ਸੂਰਜ ਨੂੰ, ਭਾਨੇ ਸੂਰਜਾਂ ਦਾ ਵੀ ਸੂਰਜ, ਜਾਂ ਭਾਨ ਮੈਨੇ ਪ੍ਰਕਾਸ਼ਣ ਵਾਲਾ। ਸੂਰਜ ਨੂੰ ਵੀ ਕੌਣ ਪ੍ਰਕਾਸ਼ ਦਿੰਦਾ ਹੈ? ਜਿਵੇਂ ਆਪਾਂ ਇੱਕ ਸ਼ਬਦ ਪੜ੍ਹਦੇ ਦਸਵੇਂ ਪਾਤਸ਼ਾਹ ਦਾ, ਮੈਂ ਹੋ ਪਰਮ ਪੁਰਖ ਕੋ ਦਾਸਾ, ਦੇਖਣ ਆਇਓ ਜਗਤ ਤਮਾਸਾ, ਹਮ ਇਹ ਕਾਜ ਜਗਤ ਮੋਆਏ, ਧਰਮ ਹੇਤ ਗੁਰਦੇਵ ਪਠਾਏ। ਹੁਣ ਇਹ ਜਿਹੜਾ ਪਰਮ ਪੁਰਖ ਸ਼ਬਦ ਹੈ, ਇਹਦੇ ਜੇ ਸੰਸਕ੍ਰਿਤ ਮੁਤਾਬਕ ਅਰਥ ਕੀਤੇ ਜਾਣ ਵੀ ਪਰਮ ਪੁਰਖ ਕੌਣ ਹੁੰਦਾ ਹੈ, ਤਾਂ ਸੰਸਕ੍ਰਿਤ ਮੁਤਾਬਕ ਇਹਦੇ ਅਰਥ ਬਣਦੇ ਆ ਜਿਹੜਾ ਸੂਰਜ ਦੇ ਅੰਦਰ ਬੈਠਾ, ਸੂਰਜ ਨੂੰ ਵੀ ਪ੍ਰਕਾਸ਼ ਦਾ ਚਾਨਣ ਦਿੰਦਾ। ਸਭ ਮਹਿ ਜੋਤ, ਜੋਤ ਹੈ ਸੋਏ ਤਿਸ ਕੈ ਚਾਨਣ, ਸਭ ਮਹਿ ਚਾਨਣ ਹੋਏ। ਸਭ ਜੋਤ ਤੇਰੀ ਜਗ ਜੀਵਨਾ। ਤਾਂ ਜਿਹੜਾ ਸੂਰਜ ਨੂੰ ਵੀ ਪ੍ਰਕਾਸ਼ਣ ਵਾਲਾ, ਜਾਂ ਭਾਨੇ ਪੰਜਾਬੀ ਚ ਅਰਥ ਹੁੰਦਾ ਭੰਨ ਦੇਣਾ। ਜਿਹੜਾ ਸੂਰਜ ਆਦਿਕਾਂ ਨੂੰ ਵੀ ਭੰਨ ਦਿੰਦਾ ਹੈ, ਖਤਮ ਕਰ ਸਕਦਾ ਹੈ, ਇੰਨੀ ਤਾਕਤ ਦਾ ਮਾਲਕ ਹੈ ਜਿਹੜਾ। ਜਿਵੇਂ ਪਵਿੱਤਰ ਕੁਰਾਨ ਸ਼ਰੀਫ ਚ ਲਿਖਿਆ ਨਾ ਵੀ ਕਿਸੇ ਭੁਲੇਖੇ ਚ ਨਾ ਰਹੀ, ਸੂਰਜ ਵੀ ਇੱਕ ਦਿਨ ਠੰਡਾ ਹੋ ਜਾਣਾ। ਹੁਣ ਇਹੋ ਜਿਹੀਆਂ ਗੱਲਾਂ ਬੜੀਆਂ ਡੂੰਘੀਆਂ ਨੇ। ਜਾਂ ਜਿਹੜੇ ਭਾਨੇ ਸਾਰਿਆਂ ਨੂੰ ਭੰਨ ਦਿੰਦੇ ਸੀ, ਏਡੇ ਵੱਡੇ ਮਹਾਬਲੀ, ਉਹਨਾਂ ਨੂੰ ਵੀ ਭੰਨਣ ਵਾਲਾ। ਜਿਵੇਂ ਕਾਲ ਸਾਰਿਆਂ ਨੂੰ ਭੰਨ ਦਿੰਦਾ ਹੈ, ਉਹਨੂੰ ਵੀ ਭੰਨਣ ਵਾਲਾ। ਐਸੇ ਵਾਹਿਗੁਰੂ ਪਰਮੇਸ਼ਰ ਨੂੰ ਮਹਾਰਾਜ ਕਹਿੰਦੇ ਨਮਸਕਾਰ ਹੈ। ਨਮੋ ਮਾਨ ਮਾਨੇ। ਮਾਨਨੀਏ ਸਤਿਕਾਰਯੋਗ, ਜਿਹੜੇ ਪੂਜਣ ਯੋਗ ਨੇ ਉਹਨਾਂ ਦਾ ਵੀ ਪੂਜਣ ਯੋਗ, ਸਤਿਕਾਰਯੋਗ ਵਾਹਿਗੁਰੂ ਪਰਮੇਸ਼ਰ। ਐਸੇ ਵਾਹਿਗੁਰੂ ਤਾਈ ਸੱਚੇ ਪਾਤਸ਼ਾਹ ਕਹਿੰਦੇ ਹਨ ਨਮਸਕਾਰ ਹੈ। ਨਮੋ ਚੰਦਰ ਚੰਦਰੇ। ਚੰਦਰਮਾ ਦਾ ਭਾਵ ਪ੍ਰਕਾਸ਼, ਚੰਦਰਮਾ ਨੂੰ ਵੀ ਪ੍ਰਕਾਸ਼ ਦੇਣ ਵਾਲਾ। ਚੰਦਰਮਾ ਦਾ ਵੀ ਚੰਦਰਮਾ, ਚੰਦਰਮਾ ਦੇ ਵਿੱਚ ਜਾਂ ਪ੍ਰਕਾਸ਼ ਰੂਪ, ਜਾਂ ਫਿਰ ਪੰਜਾਬੀ ਚ ਜੇ ਅਰਥ ਕਰੀਏ ਤਾਂ ਫਿਰ ਚੰਦਰੇ ਮੈਨੇ ਚੰਦਰਾ। ਆਪਾਂ ਕਹਿ ਦਿੰਦੇ ਹਾਂ ਬੜਾ ਚੰਦਰਾ ਬੰਦਾ ਹੈ। ਤਾਂ ਜਿਹੜੇ ਚੰਦਰੇ ਨੇ, ਦੁਸ਼ਟ ਲੋਕ ਨੇ, ਮਾੜੇ ਲੋਕ ਨੇ, ਉਹਨਾਂ ਨੂੰ ਵੀ ਫਿਰ ਅੱਗੇ ਖਤਮ ਕਰਨ ਵਾਲਾ ਉਹ ਕੌਣ ਹੈ? ਜਮਦੂਤ, ਮੌਤ। ਜਿਵੇਂ ਮਹਾਰਾਜ ਕਹਿੰਦੇ ਨਾ, ਪਾਪੀ ਕਰਮ ਕਮਾਵਦੇ ਕਰਦੇ ਹਾਏ ਹਾਏ, ਨਾਨਕ ਜਿਉਂ ਮਥਣ ਮਾਧਾਣੀਆਂ ਤਿਉਂ ਮਥੇ ਧਰਮ ਰਾਏ। ਨਾਨਕ ਆਖੇ ਰੇ ਮਨਾ ਸੁਣੀਐ ਸਿੱਖ ਸਹੀ, ਲੇਖਾ ਰੱਬ ਮੰਗੇਸੀਆ ਬੈਠਾ ਕੱਢ ਵਹੀ। ਤਲਬਾਂ ਪੌਸਨ ਆਕੀਆਂ ਬਾਕੀ ਜਿਨ੍ਹਾਂ ਰਹੀ। ਜਿਨ੍ਹਾਂ ਦਾ ਲੇਖਾ ਨਾ ਸਾਫ਼ ਹੋਇਆ ਉਹਨਾਂ ਨੂੰ ਹੁਕਮ ਆਵੇਗਾ ਅਦਾਲਤ ਦਾ, ਪੇਸ਼ ਕੀਤਾ ਜਾਵੇਗਾ ਰੱਬ ਦੀ ਦਰਗਾਹ ਦੇ ਵਿੱਚ। ਤਾਂ ਉਹ ਜਿਹੜੇ ਦੁਸ਼ਟ ਲੋਕ ਨੇ ਉਹਨਾਂ ਨੂੰ ਖਤਮ ਕਰਨ ਵਾਲਾ, ਉਹਨਾਂ ਤੋਂ ਹਿਸਾਬ ਲੈਣ ਵਾਲਾ ਉਹ ਕੌਣ? ਚੰਦਰਾ, ਜਿਹਨੂੰ ਮੌਤ ਕਹਿ ਦਿੰਦੇ ਨੇ, ਯਮਰਾਜ ਕਹਿ ਦਿੰਦੇ ਨੇ। ਤਾਂ ਹੁਣ ਸਮਾਂ ਪੂਰਾ ਹੋ ਗਿਆ, ਇਹਦੇ ਅਰਥ ਫੇਰ ਦੁਬਾਰਾ ਕਰਨੇ ਪੈਣਗੇ ਅਗਲੀ ਕਥਾ 'ਚ। ਇੱਥੇ ਹੀ ਕਥਾ ਦੀ ਸਮਾਪਤੀ ਕਰਦੇ ਹਾਂ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਜੀ। ਅੱਗੇ ਵਾਸਤੇ ਸਾਰੀ ਸੰਗਤ ਨੇ ਸਮੱਤ ਬਖਸ਼ਣੀ। ਨਮੋ ਚੰਦਰ ਚੰਦਰੇ, ਨਮੋ ਭਾਨ ਭਾਨੇ। ਇੱਥੋਂ ਫਿਰ ਅਗਲੇ ਸ਼ਨੀਵਾਰ ਜਿਵੇਂ ਸੱਚੇ ਪਾਤਸ਼ਾਹ ਕਿਰਪਾ ਕਰਨਗੇ ਕਥਾ ਵਿਚਾਰ ਆਰੰਭ ਕੀਤੀ ਜਾਵੇਗੀ। ਆਓ ਹੁਣ ਬੜੇ ਪ੍ਰੇਮ ਦੇ ਨਾਲ ਸੋਦਰ ਸ੍ਰੀ ਰਹਿਰਾਸ ਸਾਹਿਬ ਜੀ ਦੇ ਨਿਤਨੇਮ ਦੇ ਵਿੱਚ ਜੁੜੀਏ ਜੀ। ਲੇਖੈ ਕਤੇ ਨਾ ਛੂਟੀਐ, ਖਿਨ ਖਿਨ ਭੂਲਣ ਹਾਰ, ਬਖਸ਼ਣ ਹਾਰ ਬਖਸ਼ ਲੈ, ਨਾਨਕ ਪਾਰ ਉਤਾਰ। ਅਨੰਗੀ ਅਨਾਥੇ ਨਿਰਸੰਗੀ ਪਰਮਾਥੇ,
ਨਮੋ ਭਾਣ ਭਾਨੇ ਨਮੋ ਮਾਨ ਮਾਨੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।